ਜ਼ਿਆਦਾਤਰ ਤੇ CEO ਦਾ ਆਪਸੀ ਖਾਲਸਾ ਕ੍ਰੈਡਿਟ ਯੂਨੀਅਨ ਦੇ ਨਾਲ ਪੁਰਾਣੀ ਇਹਨਾਂ ਦੀ ਕੁਲੀਗਸ ਨੇ ਹਾਂਜੀ ਜ਼ਿਆਦਾਤਰ। ਔਰ ਹਾਂ ਇਸ ਹਾਂ ਗੱਲ ਦਾ ਜ਼ਿਕਰ ਅਸੀਂ ਕਈ ਵਾਰੀ ਪਹਿਲਾਂ ਵੀ ਕਰ ਚੁੱਕੇ ਹਾਂ। ਬਿਲਕੁਲ ਸਵਾਲ ਇਹ ਵੀ ਉੱਠਦਾ ਹੈ ਹਾਂ ਹਾਂ ਕਿ ਖੈਰਾਤੀ ਸੰਸਥਾਵਾਂ ਦੇ ਜਿਹੜੇ ਬੋਰਡ ਆਫ ਡਾਇਰੈਕਟਰਸ ਨੇ ਹਾਂ ਹਾਂ ਉਹ ਉਹਨਾਂ ਦੇ ਖਾਲਸਾ ਕ੍ਰੈਡਿਟ ਯੂਨੀਅਨ ਦੇ ਨਾਲ ਕੀ ਸੰਬੰਧ ਨੇ। ਗੁੱਡ ਕੁਐਸਚਨ ਖਾਲਸਾ ਕ੍ਰੈਡਿਟ ਯੂਨੀਅਨ ਦੇ ਕੀ ਪਲੇਟਫਾਰਮ ਦੇ ਉੱਤੇ ਇਹਨਾਂ ਦਾ ਮੇਲ ਗਿਲ ਹੋਇਆ ਸੀ ਤਦ ਬੈਂਕਿੰਗ ਦੇ ਨਾਲ ਸੰਬੰਧਿਤ ਜ਼ਿਆਦਾ ਲੋਕ ਜਿਹੜੇ ਨੇ ਉਹ ਬੋਰਡ ਆਫ ਡਾਇਰੈਕਟਰਸ ਕਿਉਂ ਨੇ, ਬੋਰਡ ਆਫ ਡਾਇਰੈਕਟਰਸ ਕਿਉਂ ਨੇ। ਇਹ ਸਵਾਲ ਪਹਿਲਾਂ ਵੀ ਉੱਠਿਆ ਸੀ ਔਰ ਇਹ ਸਵਾਲ ਦੇ ਉੱਤੇ ਹੁਣ ਨਿਗਾਹਖੋਰੀ ਕਰਨੀ ਬਣਦੀ ਹੈ ਔਰ ਹੋਣੀ ਚਾਹੀਦੀ ਹੈ। ਔਰ ਨਾਲ ਦੀ ਨਾਲ ਇਹ ਗੱਲ ਕਹੀ ਸੀ, ਅਸੀਂ ਤਾਂ ਇਸ ਗੱਲ ਦੇ ਇਸ ਐਂਗਲ ਤੋਂ ਦੇਖ ਰਹੇ ਸਾਂ ਕਿ ਸਤਵੀਰ ਸਿੰਘ ਚੀਮਾ ਦੇ ਖਾਲਸਾ ਕ੍ਰੈਡਿਟ ਯੂਨੀਅਨ ਦੇ ਵਿੱਚ ਕੰਮ ਕਰ ਰਹੇ ਪੁਰਾਣੇ ਜਿਹੜੇ ਕੁਲੀਗ ਨੇ ਉਹ ਬੋਰਡ ਆਫ ਡਾਇਰੈਕਟਰ, ਪਹਿਲਾਂ ਤਰਲੋਚਨ ਸਿੰਘ ਤੋਚੀ ਹੋਰੀ ਵੀ ਖਾਲਸਾ ਕ੍ਰੈਡਿਟ ਯੂਨੀਅਨ ਦੇ ਵਿੱਚ ਸਨ, ਉਹ ਚੇਅਰ ਸਨ। ਅਤੇ ਉਹਦੇ ਨਾਲ ਨਾਲ ਫਿਰ ਮਨਜਿੰਦਰ ਕੌਰ ਗਰੇਵਾਲ ਉਹ ਵੀ ਬੈਂਕ ਦੇ ਵਿੱਚ ਹਨ, ਜਿਨ੍ਹਾਂ ਨੇ ਹੋਰ ਬੈਂਕਾਂ ਦੇ ਵਿੱਚ ਵੀ ਕੰਮ ਕੀਤਾ। ਔਰ ਇਸ ਦੇ ਨਾਲ ਸਤਵੀਰ ਸਿੰਘ ਚੀਮਾ ਖਾਲਸਾ ਕ੍ਰੈਡਿਟ ਯੂਨੀਅਨ ਦੇ ਵਿੱਚ ਸਨ, ਹੈਰੀ ਕੂਨਰ ਖਾਲਸਾ ਕ੍ਰੈਡਿਟ ਯੂਨੀਅਨ ਦੇ ਵਿੱਚ ਸਨ। ਇਹਨਾਂ ਸਾਰਿਆਂ ਦੇ ਕੀ ਕਾਰਨ ਕੀ ਹੈ? ਇੱਕ ਹੀ ਬੈਂਕ ਦੇ ਵਿੱਚ ਇਹਨਾਂ ਦੀ ਉੱਥੇ ਕੀ ਸਾਂਝੇਦਾਰੀ ਹੋਈ ਹੈ, ਜਾਂ ਕਿ ਪੁਰਾਣੀਆਂ ਜਿਹੜੀਆਂ ਕਹਿੰਦੇ ਨੇ ਜਦੋਂ ਨਵੇਂ ਬੰਦੇ ਕੋਈ ਵੀ ਫੀਲਡ 'ਚ ਜਾਂਦੇ ਸਕੀਮਾਂ ਉੱਥੋਂ ਸ਼ੁਰੂ ਹੁੰਦੀਆਂ ਨੇ, ਫਿਰ ਬਾਅਦ ਦੇ ਵਿੱਚ ਜਿਹੜੇ ਭੇਤੀ ਨੇ ਉਹਨਾਂ ਨੂੰ ਇਕੱਠੇ ਕੀਤਾ ਜਾਂਦਾ। ਲੈਟਸ ਫੇਸ ਇਟ, ਇਹ ਇੱਕ ਮਨੂਵਰ ਹੈ। ਇਹਦੇ ਉੱਤੇ ਅਸੀਂ ਤਹਿਕੀਕਾਤ ਕਰਾਂਗੇ। ਅਗਰ ਤੁਹਾਡੇ ਪਾਸ ਵੀ ਕੋਈ ਜਾਣਕਾਰੀ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਸਾਡੇ ਤੱਕ ਪਹੁੰਚਾ ਸਕਦੇ ਹੋ। 6044493333 ਦੇ ਉੱਤੇ 6044493333 ਨੰਬਰ ਦੇ ਉੱਤੇ ਤੁਸੀਂ ਟੈਕਸਟ ਕਰ ਸਕਦੇ ਹੋ, WhatsApp ਰਾਹੀਂ ਭੇਜ ਸਕਦੇ ਹੋ, ਜਾਂ ਫਿਰ ਤੁਸੀਂ ਈਮੇਲ ਕਰ ਸਕਦੇ ਹੋ, ਸਾਨੂੰ ਬੋਲ ਕੇ ਦੱਸ ਸਕਦੇ ਹੋ। ਆਪਣੇ ਜਿਹੜੇ ਬਿਆਨ ਨੇ ਉਹ ਸਾਡੇ ਪਾਸ ਜ਼ਰੂਰ ਜੀ ਰਿਕਾਰਡ ਵੀ ਕਰਾ ਸਕਦੇ ਹੋ, ਵੈਸੇ ਵੀ ਰੱਖ ਸਕਦੇ ਹੋ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਜਾਣਕਾਰੀ ਦੇਣਾ ਚਾਹੁੰਦੇ ਨੇ ਔਰ ਦਿੰਦੇ ਨੇ, ਕਹਿੰਦੇ ਸਾਡੀ ਪਛਾਣ ਗੁਪਤ ਰੱਖਿਓ। ਵੀ ਐਪਰੀਸ਼ੀਏਟ ਦੈਟ, ਤੁਹਾਡੀ ਕੰਟਰੀਬਿਊਸ਼ਨ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ ਔਰ ਤੁਹਾਡੀ ਜਿਹੜੀ ਦਿਲੀ ਇੱਛਾ ਉਸ ਦਾ ਅਸੀਂ ਸਤਿਕਾਰ ਵੀ ਕਰਦੇ ਹਾਂ। ਪਰ ਇਹ ਦੇਖਣਾ ਜ਼ਰੂਰੀ ਹੈ। ਮੈਂ ਮੰਨਦੀ ਹਾਂ ਨਾਲ ਦੀ ਨਾਲ ਉਹਨਾਂ ਲੋਕਾਂ ਨੂੰ ਵੀ ਜਿਹੜੇ ਕਹਿੰਦੇ ਆ ਕਿ ਹਮੇਸ਼ਾ ਇਹਦੇ ਉੱਤੇ ਇੰਨਾ ਜ਼ਿਆਦਾ ਚਰਚਾ ਕਿਉਂ। ਕਈਆਂ ਨੇ ਸਵਾਲ ਕਹਿੰਦੇ ਜੀ, ਮੈਂ ਕਿਹਾ ਜਿੱਦਣ ਸ਼ੁਰੂ ਕੀਤਾ ਸੀ ਨਾ ਇਹ ਕੰਮ, ਸਾਨੂੰ ਵੀ ਉਮੀਦ ਹੈ ਨਹੀਂ ਸੀ ਕਿ ਇੰਨਾ ਕੁਛ ਹੋ ਰਿਹਾ ਹੋਣਾ। ਔਰ ਇਸ ਚੀਜ਼ ਨੇ ਭੁਲੇਖੇ ਦੂਰ ਕਰ ਦਿੱਤੇ ਕਿ ਕੋਈ ਵੀ ਗਲਤ ਕੰਮ ਕਰਨ ਦੀ ਕੋਈ ਹੱਦ ਹੁੰਦੀ ਹੈ। ਹਰ ਖਾਸ ਤੌਰ ਦੇ ਉੱਤੇ ਉੱਥੇ ਜਿੱਥੇ ਲੋਕਾਂ ਵੱਲੋਂ ਇਹ ਸੋਚ ਹੋਵੇ ਕਿ ਨਹੀਂ ਇੱਥੇ ਕੁਝ ਇਹੋ ਜਿਹਾ ਕੁਝ ਨਹੀਂ ਹੋ ਸਕਦਾ। ਔਰ ਇਸੇ ਸੋਚ ਨੇ ਆਪਾਂ ਨੂੰ ਮਾਰਿਆ, ਸਾਡੀ ਕਮਿਊਨਿਟੀ ਨੇ ਇਸ ਸੋਚ ਨੇ ਮਾਰਿਆ ਕਿ ਕਹੇ ਜੇ ਗੁਜਰੇ ਬੰਦੇ ਹੋਣਗੇ ਜਿਹੜੇ ਖੈਰਾਤੀ ਸੰਸਥਾ ਧਨ ਦਾ ਪੈਸਾ ਜਿਹੜਾ ਉਸ ਦੀ ਦੁਰਵਰਤੋਂ ਕਰਦੇ ਹੋਣਗੇ, ਜਾਂ ਉਸ ਦੀ ਨਜਾਇਜ਼ ਵਰਤੋਂ ਕਰਦੇ ਹੋਣਗੇ, ਜਾਂ ਉਸ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਣਗੇ। ਕਿਉਂਕਿ ਜ਼ਿਆਦਾਤਰ ਜਿਹੜਾ ਮਾਸ਼ਰਾ ਉਹ ਦਾਨ ਦੇਣ, ਮਦਦ ਕਰਨ, ਪੁੰਨ ਪਾਪ ਦਾ ਜਿਹੜਾ ਸਿਲਸਿਲਾ ਉਹਦੇ ਧਾਰਨਾ ਤੋਂ ਸੋਚਦਾ। ਹਰ ਉਹ ਵਿਅਕਤੀ ਜਿਹੜਾ ਆਪਣੀ ਨੇਕ ਕਮਾਈ ਦੇ ਵਿੱਚੋਂ ਕੁਝ ਹਿੱਸਾ ਰਾਖਵਾਂ ਰੱਖ ਕੇ ਖੈਰਾਤੀ, ਧਾਰਮਿਕ ਜਾਂ ਲੋੜਵੰਦ ਲੋਕ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਦੇਣ ਦੇ ਵਿੱਚ ਯਕੀਨ ਕਰਦਾ, ਉਹ ਇਹਨਾਂ ਖੇਤਰਾਂ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਕਰਦਾ। ਇਹ ਸ਼ੱਕ ਨਾ ਕਰਨ ਦੀ ਜਿਹੜੀ ਆਦਤ ਹੈ ਉਸ ਦਾ ਨਜਾਇਜ਼ ਫਾਇਦਾ ਜਿਹੜਾ ਹੈ ਸਾਰਾ ਲੁੰਗ ਲਾਣਾ ਉਠਾਉਂਦਾ ਹੈ। ਔਰ ਨਿਸੰਗ ਤਰੀਕੇ ਨਾਲ ਹੈਰਾਨੀ ਇਸ ਗੱਲ ਦੀ ਹੈ ਕਿ ਧਾਰਮਿਕ ਸਥਾਨਾਂ ਦੇ ਮੁਖੀ, ਡੇਰੇ ਬਾਬੇ, ਪੰਡਤ, ਪੁੱਛਿਆ, ਬਾਹਮਣ, ਮੌਲਵੀ, ਉਹਨਾਂ ਦਾ ਨਾਂ ਇਸ ਪ੍ਰਕਾਰ ਦੇ ਲੈ ਕੇ ਚੰਗੀ ਤਰ੍ਹਾਂ ਭੰਡਣ, ਪ੍ਰਚਾਰਨ ਤੇ ਨਿੰਦਣ ਵਾਲੇ ਜਿਹੜੇ ਲੋਕ ਨੇ ਉਹ ਖੁਦ ਉਹੀ ਕੁਛ ਕਰਦੇ ਆ। ਮਜਬੂਰ, ਮਜਲੂਮ ਔਰ ਹੱਦ ਤੋਂ ਜ਼ਿਆਦਾ ਵਿਸ਼ਵਾਸ ਕਰਨ ਵਾਲੇ ਲੋਕਾਂ ਦੇ ਨਾਲ ਵਿਸ਼ਵਾਸਘਾਤ, ਬਿਨਾਂ ਕਿਸੇ ਵੀ ਧਾਰਮਿਕ ਸੋਚ ਦਾ ਸਹਾਰਾ ਲਏ ਬਗੈਰ ਉਹਨਾਂ ਲੋਕਾਂ ਦਾ ਸ਼ੋਸ਼ਣ ਕਰਦੇ ਆ ਔਰ ਇੰਨੇ ਜ਼ਿਆਦਾ ਨਿਸੰਗ ਤਰੀਕੇ ਨਾਲ ਫਿਰ ਉਸ ਦੇ ਜਸ਼ਨ ਮਨਾਉਂਦੇ ਆ ਸ਼ਰਾਬ ਤੇ ਸ਼ਬਾਬ ਨਾਲ।
ਕੁਝ ਗੱਲਾਂ ਮੈਨੂੰ ਯਾਦ ਆਉਂਦੀਆਂ ਪੁਰਾਣੀਆਂ ਤਾਏ ਨਿਹਾਲੇ ਦੀਆਂ। ਕਹਿੰਦੇ ਪੁੱਤ ਜਿਹੜਾ ਬਾਦਸ਼ਾਹੀਆਂ 'ਚ ਜੰਮਿਆ ਨਾ ਉਹ ਬਾਦਸ਼ਾਹੀਆਂ ਤੋਂ ਅੱਕ ਜਾਂਦਾ। ਉਹ ਕਹਿੰਦਾ ਵੀ ਆਮ ਨਾ ਕਿਤੇ ਰੁੱਖੀ ਸੁੱਖੀ ਖਾਣ ਨੂੰ ਮਿਲ ਜਾਵੇ, ਪਰ ਜਿਹੜਾ ਨੀਤ ਤੇ ਅਚਾਰ ਦਾ ਭੁੱਖਾ ਬੰਦਾ ਹੈ ਉਹ ਬਾਦਸ਼ਾਹੀਆਂ ਨੂੰ ਅਯਾਸ਼ੀਆਂ ਸਮਝ ਕੇ ਔਰ ਉਹਨਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ। ਔਰ ਕੋਈ ਵੀ ਵਿਅਕਤੀ ਜਦੋਂ ਆਪਣੀ ਮਾਲੀ ਹਾਲਤ ਦੇ ਵਿੱਚ ਸੁਧਾਰ ਆਉਣ ਤੋਂ ਉਪਰੰਤ ਅਯਾਸ਼ੀ ਨੂੰ ਤਰਜੀਹ ਦਿੰਦਾ, ਇੱਥੋਂ ਪਤਾ ਲੱਗ ਜਾਂਦਾ ਹੈ ਕਿ ਇਨਸਾਨ ਦਾ ਕਿਰਦਾਰ ਕੀ ਹੈ, ਜਮਾਤ ਕੀ ਹੈ ਤੇ ਜਾਤ ਕੀ ਹੈ। ਔਰ ਉਹ ਗੱਲ ਇੱਥੇ ਦੇ ਪਿਕਸ ਵਾਲਾ ਜਿਹੜੀ ਹੁਣ ਜੁੰਡਲੀ ਆ ਉਹਦੇ ਉੱਤੇ 100% ਟੁੱਕਦੀ ਹੈ। ਤੁਹਾਨੂੰ ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪੁਖਤਾ ਸਥਾਨ ਮਿਲਦਾ ਹੈ, ਕੋਈ ਮੌਕਾ ਮਿਲਦਾ ਹੈ, ਤਾਂ ਤੁਸੀਂ ਉਸ ਦੀ ਵਰਤੋਂ ਸਮਾਜ ਦੇ ਹਿੱਤ 'ਚ ਕਰਦੇ ਹੋ ਜਾਂ ਸਮਾਜ ਵਿਰੋਧੀ ਕਾਰਗੁਜ਼ਾਰੀਆਂ ਨਾਲ ਕਰਦੇ ਹੋ। ਇੱਥੋਂ ਪਤਾ ਲੱਗਦਾ ਹੈ ਕਿ ਤੁਹਾਡੀ ਆਪਣੀ ਚੋਣ ਕੀ ਹੈ ਤੇ ਤੁਹਾਡੀ ਜਾਤ ਕੀ ਹੈ। ਜਾਤ ਦੋ ਹੀ ਨੇ, ਇੱਕ ਸਮਾਜ ਵਿਰੋਧੀ ਤੇ ਇੱਕ ਸਮਾਜ ਦੇ ਪੱਖ ਦੇ ਵਿੱਚ ਵਿਚਰਨ ਵਾਲੀਆਂ। ਬਾਕੀ ਤਾਂ ਜਿਸ ਮਾਸ਼ਰੇ ਦੇ ਵਿੱਚ ਰਹਿੰਦੇ ਹੋ ਉਹਨਾਂ ਦਾ ਹੀ ਪ੍ਰਦਰਸ਼ਨ ਕਰਦੇ ਹੋ। ਸਮਾਜ ਦੇ ਹੱਕ ਦੇ ਵਿੱਚ ਭੁਗਤਣ ਵਾਲੀ ਸੋਚ ਹੈ ਜਿਹੜੀ, ਉਹ ਸਾਰੇ ਵੱਧ ਨੇ ਔਰ ਉਹਦੇ ਖਿਲਾਫ ਭੁਗਤਣ ਵਾਲੇ ਸਾਰੇ ਘੱਟ ਨੇ। ਸਾਰੇ ਪੰਜਾਬੀਆਂ ਨੂੰ ਇਹ ਸਮਾਜਿਕ ਜਾਤਾਂ ਨੇ ਜਿਹੜੀਆਂ ਉਹਨਾਂ ਦੇ ਆਧਾਰ ਦੇ ਉੱਤੇ ਚੁਟਕਲਾ ਸਾਰਿਆਂ ਨੇ ਸੁਣਿਆ ਹੋਣਾ ਵੀ ਕਿਹੜਾ ਵੱਧ ਹੈ ਤੇ ਕਿਹੜਾ ਘੱਟ ਹੈ। ਤੁਸੀਂ ਆਪਣੇ ਆਪ ਦੇ ਵਿੱਚ ਪੂਰੀ ਸਮਾਜਿਕ ਪ੍ਰਣਾਲੀ ਦੇ ਹੱਕ ਦੇ ਵਿੱਚ ਅਗਰ ਭੁਗਤਦੇ ਹੋ ਤਾਂ ਤੁਹਾਡਾ ਕੱਦ ਉੱਚਾ ਹੁੰਦਾ ਹੈ। ਅਗਰ ਖਿਲਾਫਤ ਦੇ ਵਿੱਚ ਭੁਗਤਦੇ ਹੋ, ਚਾਹੇ ਜਿਤਨੀ ਮਰਜ਼ੀ ਤੁਹਾਡੀ ਉੱਤਮ ਜਾਤ ਹੋਵੇ, ਸਮਾਜਿਕ ਪੱਧਰ ਵਾਲੀ ਜਾਤ ਦੇ ਵਿੱਚ ਤੁਸੀਂ ਘੱਟ ਤੋਂ ਘੱਟ ਹੋ। ਇੱਕ ਗੱਲ ਹੋਰ ਦੱਸਦੀ ਹਾਂ, ਤੁਹਾਡੇ ਨਾਲ ਸਾਂਝੀ ਕਰਦੀ ਹਾਂ। 2 ਦਿਨ ਪਹਿਲਾਂ ਕਿਸੇ ਬੀਬਾ ਨੇ ਫੋਨ ਕਰਕੇ ਦੱਸਿਆ, ਕਹਿੰਦੇ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਮੈਂ ਕਿਹਾ ਦੱਸੋ। ਕਹਿੰਦੇ ਤੁਸੀਂ ਕਹਿੰਦੇ ਹੋ ਕਿ ਜਿਹੜੀ ਪਿਕਸ ਦੀ ਸੰਸਥਾ ਉਹਦਾ ਨਵਾਂ ਚੇਅਰ ਹੈ ਜਿਹੜਾ ਰਣਵੀਰ ਮੰਝ ਨੂੰ ਕਹਿੰਦੇ ਬਈ ਬਣਾਇਆ ਗਿਆ। ਮੈਂ ਕਿਹਾ ਜੀ ਅਜੇ ਨਿਰਧਾਰਤ ਤੌਰ ਦੇ ਉੱਤੇ ਐਲਾਨਨਾਮਾ ਸਾਡੇ ਪਾਸ ਨਹੀਂ ਪਹੁੰਚਿਆ, ਜਿਹੜਾ ਕਿ ਹੁਣ ਤਾਂ ਪਬਲਿਕ ਨੌਲੇਜ ਹੈ, ਪਰ ਸਾਨੂੰ ਅਣਅਧਿਕਾਰਤ ਉਸ ਵਕਤ ਰਿਪੋਰਟਾਂ ਤੋਂ ਇਹੀ ਦੱਸਿਆ ਗਿਆ। ਉਹਨਾਂ ਨੇ ਕਿਹਾ, ਕਹਿੰਦੇ ਪਿਕਸ ਵਰਗੀ ਸੰਸਥਾ ਦਾ ਬੇੜਾ ਗਰਕ ਹੋ ਗਿਆ। ਮੈਂ ਕਿਹਾ ਉਹ ਕਿਵੇਂ? ਕਹਿੰਦੇ ਅਗਰ ਰਣਵੀਰ ਮੰਚ ਵਰਗੇ ਬੋਰਡ ਦੇ ਚੇਅਰ ਨੇ ਤਾਂ ਪਿਕਸ ਸੰਸਥਾ ਜਿਸ ਦੇ ਲਈ ਬਣੀ ਹੋਈ ਆ ਉਹ ਸਭ ਦੇ ਖਿਲਾਫ ਦੇ ਵਿੱਚ ਭੁਗਤਣ ਵਾਲਾ ਰਣਵੀਰ ਮੰਚ ਹੈ। ਮੈਂ ਕਿਹਾ ਹਾਊ ਡੂ ਯੂ ਸੇ ਦੈਟ? ਕਹਿੰਦੇ ਇਹ ਤਾਂ ਤੁਸੀਂ ਸੁਣੀ ਹੋਣੀ ਆ, ਜਿਹੜਾ ਮਾਂ ਦਾ ਨਹੀਂ ਉਹ ਕਿਸੇ ਥਾਂ ਦਾ ਨਹੀਂ। ਮੈਂ ਕਿਹਾ ਹਾਂ। ਕਹਿੰਦੇ ਵਿਅਕਤੀ ਨੇ ਤਾਂ ਆਪਣੀ ਮਾਂ ਆਪਣੇ ਘਰੋਂ ਕੱਢ ਦਿੱਤੀ। ਇਸ ਵਿਅਕਤੀ ਨੇ ਆਪਣੀ ਮਾਂ ਨੂੰ ਆਪਣੇ ਘਰੋਂ ਕੱਢ ਦਿੱਤਾ ਔਰ ਬਾਪ ਨੂੰ ਆਪਣੇ ਕਬਜ਼ੇ 'ਚ ਰੱਖਿਆ ਹੋਇਆ। ਮਾਂ ਤੇ ਬਾਪ ਕਹਿੰਦੇ ਇਸ ਬੁਢਾਪੇ ਦੇ ਵਿੱਚ ਆਪਸ ਵਿੱਚ ਹੀ ਗੱਲ ਵੀ ਨਹੀਂ ਕਰ ਸਕਦੇ। ਵਾਓ। ਜਿਹੜਾ ਵਿਅਕਤੀ ਪਿਕਸ ਦਾ ਚੇਅਰ ਆ ਉਹਨੇ ਆਪਣੀ ਮਾਂ, ਸਾਡੇ ਮਾਸ਼ਰੇ ਦਾ ਬੰਦਾ ਹੋਵੇ ਔਰ ਇਸ ਉਮਰ ਦਰਾਜ਼ ਦੇ ਵਿੱਚ ਜਾ ਕੇ ਜਿਹੜੇ ਬੜੇ ਬਜ਼ੁਰਗਾਂ ਨੂੰ ਸਾਂਭੋ ਸੰਭਾਲ ਦੇ ਲਈ ਓਲਡ ਏਜ ਵਾਲਿਆਂ ਨੂੰ ਇੱਕ ਸੰਸਥਾ ਬਣਾਈ ਹੋਈ ਹੈ, ਖਾਸ ਤੌਰ ਦੇ ਉੱਤੇ ਵਿੰਗ ਹੈ ਪੂਰਾ, ਸਰਕਾਰ ਮਣਾ ਮੁਹੀ ਪੈਸਾ ਦਿੰਦੀ ਹੈ, ਉੱਥੇ ਉਹ ਬਜ਼ੁਰਗਾਂ ਨੂੰ ਰੱਖਣ ਦਾ ਪ੍ਰਬੰਧ ਕੀਤਾ ਗਿਆ ਔਰ ਉਸ ਬੋਰਡ ਦਾ ਚੇਅਰ ਨੇ ਆਪਣੀ ਮਾਂ ਘਰੋਂ ਕੱਢਤੀ। ਯਾਦ ਰਹੇ ਪਿੱਛੇ ਜੇ ਸਾਨੂੰ ਇਹ ਵੀ ਗੱਲ ਪਤਾ ਲੱਗੀ ਸੀ ਕਿ ਕਿਸ ਪ੍ਰਕਾਰ ਸਤਵੀਰ ਸਿੰਘ ਚੀਮਾ ਉੱਪਰ ਸ਼ਰਾਬ ਤੇ ਸ਼ਬਾਬ ਦੀਆਂ ਪਾਰਟੀਆਂ ਕਰਦਾ ਸੀ ਔਰ ਉਹਦੀ ਮਾਂ ਬੇਸਮੈਂਟ ਦੇ ਵਿੱਚ ਬਿਮਾਰੀ ਦੀ ਹਾਲਾਤ ਦੇ ਵਿੱਚ ਪਾਣੀ ਨੂੰ ਤਰਸਦੀ ਸੀ।
ਇਹ ਅਣਅਧਿਕਾਰਤ ਰਿਪੋਰਟਾਂ ਨੇ। ਯਾਦ ਰਹੇ ਸਾਡੇ ਮਾਸ਼ਰੇ ਦੇ ਵਿੱਚ ਨਾਨੀ ਦਾਦੀ ਤੱਕ ਦੀਆਂ ਜਿਹੜੀਆਂ ਖਬਰਾਂ ਨੇ ਉਹ ਇੱਕ ਦੂਜੇ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਬੜੀ ਹੈ। ਬਹੁਤੇਰੀ ਦਫਾ ਘਰ ਦੇ ਅੰਦਰ ਕੀ ਵਾਪਰ ਰਿਹਾ ਘਰ ਦੇ ਜੀਆਂ ਨੂੰ ਨਹੀਂ ਪਤਾ ਹੁੰਦਾ, ਬਾਕੀ ਰਿਸ਼ਤੇਦਾਰਾਂ ਤੇ ਗੁਆਂਢੀਆਂ ਨੂੰ ਪਤਾ ਹੁੰਦਾ ਹੈ। ਮੈਂ ਹੈਰਾਨ ਹਾਂ, CEO ਜਿਸ ਦੇ ਬਾਰੇ ਇਹ ਰਿਪੋਰਟਾਂ ਨੇ ਕਹਿੰਦੇ ਜੀ ਅਸੀਂ ਵੀ ਉਸ ਪਾਰਟੀ 'ਚ ਸੀਗੇ, ਉੱਪਰ ਪਾਰਟੀ ਚੱਲ ਰਹੀ ਸੀ ਸਤਵੀਰ ਚੀਮੇ ਦੇ ਘਰ ਦੇ ਵਿੱਚ, ਤਾਂ ਥੱਲੇ ਮਾਂ ਬਿਮਾਰੀ ਦੀ ਹਾਲਤ ਦੇ ਵਿੱਚ ਪਾਣੀ ਨੂੰ ਸਹਿਕਦੀ ਸੀ। ਔਰ ਹੁਣ ਰਣਵੀਰ ਮੰਚ ਜਿਹਨੇ ਆਪਣੀ ਬਜ਼ੁਰਗ ਮਾਂ ਨੂੰ ਘਰੋਂ ਕੱਢ ਦਿੱਤਾ, ਆਹ ਸੰਸਥਾਵਾਂ ਦੇ ਮੁਖੀ ਨੇ। ਬੱਲੇ ਬੱਲੇ ਬੱਲੇ, ਕਿਆ ਚਾਰ ਚੰਨ ਲਾ ਰਹੇ ਨੇ। ਇਹ ਦਰਸਾਉਂਦਾ ਕਿ ਸਾਡੀ ਕਮਿਊਨਿਟੀ ਆ ਜਿਹੜੀ ਅਖਲਾਕੀ ਪੱਖ ਤੋਂ ਅਸੀਂ ਇੰਨੇ ਜ਼ਿਆਦਾ ਬੈਂਕਰਪਟ ਹੋ ਗਏ ਕਿ ਪਿਕਸ ਵਰਗੀ ਸੰਸਥਾ ਦੇ ਵਿੱਚ ਅਸੀਂ 10 ਜਿਹੜੇ ਪਰਿਵਾਰਕ ਸਮਾਜਿਕ ਸੋਸ਼ਲ ਵੈਲਿਊਜ਼ ਨੂੰ ਸਮਝਦੇ ਹੋਏ ਸਤਿਕਾਰਦੇ ਹੋਏ ਬੋਰਡ ਆਫ ਡਾਇਰੈਕਟਰਸ ਜਾਂ ਚੇਅਰਸ ਜਾਂ ਇਸ ਤਰ੍ਹਾਂ ਦੀ ਸੰਸਥਾ ਨੂੰ ਚਲਾਉਣ ਵਾਲੇ ਲੋਕ ਨਹੀਂ ਲੱਭ ਸਕਦੇ, ਨਹੀਂ ਹਨ। ਜੇ ਚਾਹੇ CEO ਆ ਤੇ ਚਾਹੇ ਬੋਰਡ ਦਾ ਚੇਅਰ ਹੈ, ਜੇ ਉਹਨਾਂ ਨੂੰ ਆਪਣੀਆਂ ਮਾਵਾਂ ਦਾ ਸਤਿਕਾਰ ਹੈ ਨਹੀਂ, ਹੋਰ ਕਿਹਦਾ ਸਤਿਕਾਰ ਹੋਊਗਾ ਉਹਨੂੰ। ਔਰ ਅਸੀਂ ਉਹ ਕੌਮ ਆ ਜਿਹੜੀ ਕਹਿੰਦੇ ਆ ਜਿਹੜਾ ਆਪਣੀ ਮਾਂ ਦਾ ਨਹੀਂ ਉਹ ਕਿਸੇ ਥਾਂ ਦਾ ਨਹੀਂ। ਹੁਣ ਤੁਸੀਂ ਆਪ ਸੋਚ ਸਕਦੇ ਹੋ ਜੀ ਆਸ਼ਨ ਹੈ। बिल्कुल, दिस इज़ रियली स्ट्रेंज दीदी कि एक नॉन प्रॉफिट ऑर्गेनाइजेशन जहाँ सीनियर्स असिस्टेड लिविंग फैसिलिटी भी है, उनके बोर्ड में ऐसे लोग बैठे हुए हैं जो अपने सीनियर्स को खुद संभाल नहीं सके। सो दिस इज़ अ शेम कि हमारे पिक्स के अंदर कोई मेंबर्स, कोई बोर्ड में बैठने वाले नहीं है, बस ऐसे ही लोग मिले हुए हैं। दिस इज़ रियली शेम। इस बारे में बातचीत हम कंटिन्यू करेंगे। आपके पास कोई भी इंफॉर्मेशन है पिक्स के किसी भी बोर्ड ऑफ डायरेक्टर्स बारे तो ज़रूर कॉल करके बताइएगा। 604-449-4444 इस नंबर पे भी आप कॉल कर सकते हो, या 604-449-3333 पर आप कॉल कर सकते हो। बिकॉज हमारे कम्युनिटी का ये जो ऑर्गेनाइजेशन है पिक्स, आजकल बच्चे बच्चे से लेकर बुजुर्गों तक थू थू कर रहे हैं कि कर क्या रहे। हमारे जो शर्म से हमारे सर को झुका दिए पिक्स वालों ने। खैर, वापस आते कुछ व्यापारिक संदेशों के बाद। ਤੁਸੀਂ ਸੁਣ ਰਹੇ ਹੋ ਮੀਡੀਆ ਵੇਵਸ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਆਪਣੇ ਬਿਜ਼ਨਸ ਨੂੰ ਵਧਾਉਣ ਲਈ, ਐਡਵਰਟਾਈਜ਼ਮੈਂਟ ਕਰਾਉਣ ਲਈ, ਵਧੀਆ ਡੀਲਸ ਲਈ ਸਾਡੇ ਨਾਲ ਸੰਪਰਕ ਕਰੋ। 604-449-4444 604-449-3333। ਸੁਣਦੇ ਰਹੋ ਮੀਡੀਆ ਵੇਵਸ। ਭੈਣ ਜੀ, ਘਰ ਬਹੁਤ ਸੋਹਣਾ ਹੈ ਪਰ ਅੰਦਰੋਂ ਤਾਂ ਲਿਸ਼ਕਾ ਮਾਰਦਾ, ਲੱਗਦਾ ਪੂਰਾ ਘਰ ਰੈਨੋਵੇਟ ਕਰਵਾਇਆ। ਨਾ ਜੀ ਨਾ, ਇਹ ਸਾਰਾ ਕਮਾਲ ਤਾਂ ਪੈਰਾਮਾਉਂਟ ਕਾਰਪੈਟ ਕਲੀਨਿੰਗ ਦੇ ਮਾਨ ਸਾਹਿਬ ਦਾ ਹੈ। ਔਰ ਇਹਨਾਂ ਪਾਸ ਹੈਵੀ ਡਿਊਟੀ ਟਰੱਕ ਮਾਊਂਟ ਸਟੀਮ ਕਲੀਨਿੰਗ ਸਿਸਟਮ ਹੈ। ਇਸੇ ਕਰਕੇ ਕਾਰਪੈਟ ਕਲੀਨਿੰਗ ਤੋਂ ਲੈ ਕੇ ਅਪਹੋਲਸਟਰੀ, ਮੈਟਰੈਸ ਕਲੀਨਿੰਗ ਦੇ ਨਾਲ ਨਾਲ ਡਕ ਕਲੀਨਿੰਗ ਤੇ ਫਰਨੈਸ ਕਲੀਨਿੰਗ ਕਰਦੇ ਹੈ। ਹੋਰਸ ਰੋਡ ਟਾਇਲ ਤੇ ਗਰਾਊਟ ਕਲੀਨਿੰਗ ਕਰਕੇ ਫਲੋਰ ਟਾਇਲਸ ਤੇ ਕਿਚਨ ਵਾਸ਼ਰੂਮ ਟਾਇਲਸ ਨੂੰ ਸਟੀਮ ਕਲੀਨਿੰਗ ਦੇ ਨਾਲ ਨਵੀਆਂ ਨਕੋਰ ਬਣਾ ਦਿੱਤਾ। ਕਮਰਸ਼ੀਅਲ ਬਿਲਡਿੰਗ, ਆਫਿਸਿਸ, ਬੈਂਕਟ ਹਾਲ ਦੇ ਵਿੱਚ ਵੀ ਸੇਵਾਵਾਂ ਦੇਣ ਦੇ ਮਾਹਰ ਮਾਨ ਸਾਹਿਬ ਨੂੰ ਕਰੋ ਕਾਲ 604-861-3600। ਪੈਰਾਮਾਉਂਟ ਕਾਰਪੈਟ ਕਲੀਨਿੰਗ। ਓਹੋ, ਰਾਤ ਦੇ 2 ਵੱਜ ਗਏ, ਭੁੱਖ ਨਾਲ ਢਿੱਡ 'ਚ ਚੂਹੇ ਦੌੜਦੇ ਨੇ। ਚੱਲ ਇਹਨਾਂ ਨੂੰ ਵੀ ਖਿਲਾ ਪਿਲਾ ਦਿੰਨੇ ਆ। ਪਾਇਲ ਬਿਜ਼ਨਸ ਸੈਂਟਰ 'ਚ ਪਾਇਲ ਚਾਟ ਹਾਊਸ 24 ਆਵਰ ਖੁੱਲ੍ਹਦੇ ਨੇ। ਸਵੇਰੇ 4 ਵਜੇ ਤੋਂ ਲੈ ਕੇ 11 ਵਜੇ ਤੱਕ ਹਰ ਤਰ੍ਹਾਂ ਦੇ ਪਰੌਂਠਿਆਂ ਦਾ ਬਣੋ ਆਨੰਦ। ਬਾਕੀ 24 ਘੰਟੇ ਹਰ ਤਰ੍ਹਾਂ ਦੇ ਤੰਦੂਰੀ, ਵੈਜ, ਨਾਨ ਵੈਜ ਖਾਣੇ ਆਰਡਰ ਕਰੋ ਜਾਂ ਫਿਰ ਬੈਠ ਕੇ ਖਾਓ। 604-596-1990। ਪਾਇਲ ਚਾਟ ਹਾਊਸ ਆਉਣ ਲੱਗੇ ਬਿੱਟੂ ਲਈ ਗੋਟ ਮੀਟ ਵੀ ਲੈ ਆਵਾਂਗੇ। ਹੋਰ ਤਾਂ ਹੋਰ, ਪਾਰ ਤੇ 100 ਬੰਦੇ ਤੱਕ ਦੀ ਕੇਟਰਿੰਗ ਘਰ ਜਾ ਕੇ ਤੰਦੂਰ ਲਾ ਕੇ ਕਰਦੇ ਨੇ। ਅੱਜ ਹੀ ਕਰੋ ਕੇਟਰਿੰਗ ਬੁੱਕ 604-518-7444। ਪਾਇਲ ਚਾਟ ਹਾਊਸ।
ਕੈਨੇਡੀਅਨ ਸਰੀ ਵੈਜੀ ਪੀਜ਼ਾ ਤੇ ਕਰੀ ਹਾਊਸ 100% ਪਿਓਰ ਵੈਜੀਟੇਰੀਅਨ ਪੀਜ਼ਿਆਂ ਦਾ ਵੱਖਰਾ ਸਵਾਦ ਮਾਣਨਾ ਚਾਹੁੰਦੇ ਹੋ ਤਾਂ ਕਰੋ ਕਾਲ 604-597-1110 ਯੂਨਿਟ ਨੰਬਰ 106 8077 ਕਿੰਗ ਜੋਰਜ ਬੁਲੇਵਾਰਡ ਦੇ ਉੱਤੇ। ਅਦਰਕ ਧਨੀਆ ਵਾਲਾ ਪੰਜਾਬੀ ਸਟਾਈਲ ਪੀਜ਼ਾ, ਫਰਾਈਆਂ ਵਾਲਾ ਪੀਜ਼ਾ, ਫ੍ਰੈਂਚ ਵੈਟ ਬ੍ਰੈਡ ਪੀਜ਼ਾ, ਵੈਜੀਟੇਰੀਅਨ ਸੁਪਰੀਮ ਅਦਰਕ ਧਨੀਆ ਵਾਲਾ ਪੰਜਾਬੀ ਸਟਾਈਲ ਪੀਜ਼ਾ, 3 ਲਾਰਜ ਪੀਜ਼ੇ ਆਰਡਰ ਕਰੋ ਤਾਂ 1 ਮੀਡੀਅਮ ਚੀਜ਼ ਪੀਜ਼ਾ ਬਿਲਕੁਲ ਲਓ ਜੀ ਫ੍ਰੀ। ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਹਫਤੇ ਦੇ 7 ਦਿਨ ਖੁੱਲ੍ਹਦੇ ਨੇ। ਕੈਨੇਡੀਅਨ ਸਰੀ ਵੈਜੀ ਪੀਜ਼ਾ ਐਂਡ ਕਰੀ ਹਾਊਸ 604-593-1110। ਮਿੱਤਰਾਂ ਦੇ ਫੰਕਸ਼ਨ ਤੇ ਰਾਤੀ ਲੱਗੀਆਂ ਮਹਿਫਲਾਂ ਰਿਫਲੈਕਸ਼ਨ ਬੈਂਕਟ ਹਾਲ ਤੇ ਨਾਰੇ। Reflection Banquet and Convention Center, a new and best hall in Surrey. Modern, elegant, top class, big patios ke saath, best food, lots of variety. You want to give the best to your guests? Party book karo Reflection Banquet and Convention Center te 604-618-5114 6638 152 A Street, Surrey. Reflection Banquet and Convention Center. Plan Insurance ਕੋਲੋਂ ਲਓ ਲਾਈਫ ਇੰਸ਼ੋਰੈਂਸ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀਆਂ ਬੈਸਟ ਆਪਸ਼ਨਸ। ਇੱਕ ਕਲੇਮ ਆਉਣ ਦੀ ਸੂਰਤ ਵਿੱਚ ਤੁਹਾਨੂੰ ਸਟੈਪ ਬਾय ਸਟੈਪ ਗਾਈਡ ਵੀ ਕਰਦੇ ਹਾਂ। ਜੇ ਤੁਸੀਂ ਵਿਜ਼ਿਟਰ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਦਾ ਕੋਟ ਲੈਣਾ ਹੈ ਤਾਂ ਤੁਸੀਂ ਇਹਨਾਂ ਨੂੰ ਸਿਰਫ ਵਿਜ਼ਿਟਰ ਦੇ ਏਜ ਟੈਕਸ ਕਰੋ 604-363-2200 ਤੇ ਇਹ ਮਿੰਟਾਂ ਵਿੱਚ ਤੁਹਾਨੂੰ ਸਾਰੀਆਂ ਮੇਜਰ ਕੰਪਨੀਆਂ ਦੇ ਕੋਟ ਭੇਜ ਦੇਣਗੇ। ABC ਅਲਬਰਟਾ ਦੇ ਨਾਲ ਟੋਰਾਂਟੋ ਵਿੱਚ ਵੀ ਸਰਵਿਸ ਪ੍ਰੋਵਾਈਡ ਕਰਵਾਉਂਦੇ ਹਾਂ। ਸਹੀ ਇੰਸ਼ੋਰੈਂਸ ਪਲਾਨ ਡਿਜ਼ਾਈਨ ਕਰਵਾਉਣ ਲਈ ਕਾਲ ਕਰੋ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨੂੰ 604-363-2200 604-363-2200 or visit planinsurance.ca। ਘਰ ਖਰੀਦਣਾ ਚਾਹੁੰਦੇ ਹੋ ਜਾਂ ਘਰ ਵੇਚਣਾ ਚਾਹੁੰਦੇ ਹੋ? ਫਾਈਨ ਪ੍ਰਿੰਟਸ ਨੂੰ ਪੜ੍ਹਨਾ ਤੇ ਸਮਝਣਾ ਅਤਿਅੰਤ ਜ਼ਰੂਰੀ ਹੈ। ये सिर्फ और सिर्फ भरोसेमंद रियल्टर ही कर सकते हैं। घर बेचन दा मन बनाया या घर खरीदना चाहते हो, सही ते भरोसेयोग सलाह दे लई कॉल करो 30 साल दा तजुर्बा रखन वाली रियल्टर कुलजीत कौर नू। SRS Panorama Realty 604-767-9992 604-767-9992 ਕੁਲਜੀਤ ਕੌਰ। ਮੀਟ ਦੀ ਵੈਰਾਈਟੀ ਹੋ ਸਕਦੀ ਹੈ ਪਰ ਇੱਕ ਹੀ ਥਾਂ ਤੇ ਜਾਣਾ ਕੱਚਾ ਮੀਟ ਸ਼ਾਪ ਤੇ, ਜਿੱਥੋਂ ਕਿ ਫਰੈਸ਼ ਤੇ ਮੈਰੀਨੇਟਡ ਮੀਟ ਦੀ ਵੱਡੀ ਵੈਰਾਈਟੀ ਤੁਸੀਂ ਲੈ ਸਕਦੇ ਹੋ। ਵੈਜੀਟੇਰੀਅਨਸ ਲਈ ਵੈਜੀ ਪਨੀਰ ਟਿੱਕਾ ਤੇ ਹੋਰ ਵੀ ਬੜੀਆਂ ਆਈਟਮਸ ਨੇ। ਕੱਚਾ ਮੀਟ ਸ਼ਾਪ ਦੀਆਂ 18 ਲੋਕੇਸ਼ਨਸ ਤੇ ਜਾਓ। ਪਾਰਟੀ ਤੁਹਾਡੀ ਆਪਣੇ ਘਰ ਦੇ ਵਿੱਚ ਹੈ ਜਾਂ ਫਿਰ ਵੀਕਐਂਡ ਪਾਰਟੀ ਹੈ, ਇਕੱਠ ਹੈ, ਹਰ ਤਰ੍ਹਾਂ ਦਾ ਮੀਟ ਖਰੀਦਣਾ ਚਾਹੋ 18 ਲੋਕੇਸ਼ਨਸ ਦੇ ਵਿੱਚ ਔਰ ਨੇੜੇ ਦੀ ਲੋਕੇਸ਼ਨ ਦਾ ਪਤਾ ਜਾਣਨ ਦੇ ਲਈ ਕੱਚਾ ਮੀਟ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਕੱਚਾ ਮੀਟ ਸ਼ਾਪ। मीडिया वेज के प्लेटफॉर्म तो जी प्रोग्राम आप सब तक पहुंचा रहे हैं ब्लैक एंड वाइट ऑटो बॉडी वाले। एक्सीडेंट हो गया, गड्डी की टुट भज हो गई है तो फिक्र करने की जरूरत नहीं। ब्लैक एंड वाइट ऑटो बॉडी वाले नाल संपर्क करो। ये तुहाडी टुटी भजी गड्डी नूं नवीं नकोर बना के देणगे। बेस्ट कस्टमर सर्विस दिंदे ने, काम लाजवाब करते हैं, प्रोफैशनल ने, पूरे परफेक्ट कलर मैचिंग करन दे विच माहर। ब्लैक एंड वाइट ऑटो बॉडी वालिਆਂ ਦਾ कहना क्लेम तुहाडा प्राइवेट है ਜਾਂ फिर ICBC ਦੇ अंतर्गत अपनी गड्डी ਦੀ रिपेयर करवाउणी है। कोई भी फैसला करन तो पहला पुष्मिंदर गुरम उन्हां नूं एक कॉल जरूर करो 604-503-0988 यूनिट नंबर 16 78 132 स्ट्रीट के उत्ते पधार भी सकते हो। ग्रेट ब्लाइंड्स प्रोग्राम के स्पॉन्सर ने, खुद मैन्युफैक्चरर ने जी, इस करके मॉडर्न डिज़ाइन के ब्लाइंड्स बनाउण दे विच पूरी इन्हां दी झंडी है। घर बना रहे हो नवां जां रेनोवेट कर रहे हो तो घर के सारे ब्लाइंड्स करो तब्दील, ਜਾਂ ਆਪਣੀ ਕਮਰਸ਼ੀਅਲ ਬਿਲਡਿੰਗ ਹੈ ਜਿਹੜੀ ਉਸ ਦੇ ਬਲਾਈਂਡਸ ਤਬਦੀਲ ਕਰਨੇ ਨੇ ਤਾਂ ਜ਼ਰੂਰ ਇਹਨਾਂ ਦੇ ਸ਼ੋਰੂਮ 'ਚ ਇੱਕ ਗੇੜਾ ਮਾਰੋ। ਯੂਨਿਟ ਨੰਬਰ 14134787 ਐਵਨਿਊ 604-503-7007 ਤੇ ਕਰ ਸਕਦੇ ਹੋ ਕਾਲ। ਅਮਰੀਕਾ ਵਿੱਚੋਂ ਤਾਂ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ ਹੈ 3705 ਅਵਰਨ ਵੇ, ਅਵਰਨ ਵਾਸ਼ਿੰਗਟਨ ਸਟੇਟ 2533217007 ਤੇ ਕਰ ਸਕਦੇ ਹੋ ਸੰਪਰਕ। ਨਹੀਂ ਤਾਂ ਫਿਰ info@greatblindscanada.com ਦੇ ਉੱਤੇ ਵਿਜ਼ਿਟ ਵੀ ਕਰ ਸਕਦੇ ਹੋ। ਇੰਸ਼ੋਰੈਂਸ ਜ਼ਿੰਦਗੀ ਦੇ ਵਿੱਚ ਅਤਿਅੰਤ ਮਹੱਤਵਪੂਰਨ ਹੈ, ਸੋ ਇਸ ਕੰਮ ਦੇ ਲਈ ਜ਼ਿੰਮੇਵਾਰੀ ਦਿਓ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਸਿੰਘ ਨੱਡਾ ਨੂੰ। ਇੰਸ਼ੋਰੈਂਸ ਦੇ ਮੁਤਲਕ ਤੁਹਾਡੀਆਂ ਲੋੜਾਂ ਲਾਈਫ ਟਰਮ, ਸੁਪਰ ਵੀਜ਼ਾ, ਟਰੈਵਲ, ਕ੍ਰਿਟੀਕਲ ਇਲਨੈਸ ਤੇ ਡਿਸੇਬਿਲਟੀ ਇੰਸ਼ੋਰੈਂਸ ਪਲਾਨਸ ਨੂੰ ਤੁਹਾਡੀ ਲੋੜ ਮੁਤਾਬਕ ਪਲਾਨ ਕਰਕੇ ਤੁਹਾਨੂੰ ਦੇਣਗੇ। ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਸਿੰਘ ਨੱਡਾ 604-363-2200 ਤੇ ਕਰ ਸਕਦੇ ਹੋ ਕਾਲ ਜਾਂ ਫਿਰ ਵਿਜ਼ਿਟ ਕਰੋ planinsurance.ca ਤੇ।
ਪਰ ਲਾਹੌਰ ਵਰਗੇ ਸਵਾਦੂ ਖਾਣੇ ਦਾ ਆਨੰਦ ਮਾਣਨ ਲਈ ਟੇਸਟ ਆਫ ਲਾਹੌਰ ਤੇ ਜਾਣਾ ਬਣਦਾ ਹੈ। 96 ਤੇ 120 ਦੇ ਕੋਨੇ ਤੇ ਪੈਂਦੇ ਪਲਾਜ਼ੇ 'ਚ ਵੱਡੇ 'ਚ ਬਿਲਕੁਲ ਕੋਨੇ 'ਚ ਵੱਡਾ ਰੈਸਟੋਰੈਂਟ ਹੈ। ਹਰ ਪ੍ਰਕਾਰ ਦੇ ਲਾਹੌਰ ਵਰਗੇ ਸਵਾਦੂ ਖਾਣਿਆਂ ਦਾ ਮਾਣੋ ਆਨੰਦ। ਜਾਓ, ਬੈਠ ਕੇ ਖਾਣੇ ਦਾ ਆਨੰਦ ਮਾਣੋ, ਕਰੋ ਜਾਂ ਕਰੋ ਆਰਡਰ 604 498 65 55 ਦੇ ਉੱਤੇ। ਵੀਕਐਂਡ ਬਫੇ 11 ਤੋਂ ਲੈ ਕੇ 3 ਦੇ ਦੌਰਾਨ ਹੁੰਦਾ। ਚਨਾ ਮਸਾਲਾ, ਆਲੂ की सब्जी, गोट पाया, बीफ निहारी, सूजी का हलवा, नान, पूरी, चाह 1499। ਟੇਸਟ ਆਫ ਲਾਹੌਰ ਵਾਲੇ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ। ਔਰ ਮੀਡੀਆ ਵੇਵਜ਼ ਦੇ ਪਲੇਟਫਾਰਮ ਤੋਂ ਅੱਜ ਪ੍ਰੋਗਰਾਮ ਦੇ ਅੰਤਰਗਤ ਜਿਸ ਨੁਕਤਾ ਨਜ਼ਰ ਦੇ ਉੱਤੇ ਗੱਲਬਾਤ ਚੱਲ ਰਹੀ ਹੈ, ਖਰਾਤੀ ਸੰਸਥਾ ਨੌਨ ਪ੍ਰੋਫਿਟ ਆਰਗੇਨਾਈਜੇਸ਼ਨ ਪਿਕਸ ਪ੍ਰੋਗਰੈਸਿਵ ਇੰਟਰਕਲਚਰ ਸਰਵਿਸਿਜ਼ ਸੁਸਾਇਟੀ ਦੇ ਵਿੱਚ ਵਾਤਾਵਰਨ ਕਿਸ ਪ੍ਰਕਾਰ ਅਲਕੋਹਲਿਜ਼ਮ ਦਾ, ਸ਼ਬਾਬ ਤੇ ਨਾਲ ਲੈਮ ਬੱਕਰਾ ਕਬਾਬ ਜਿਹੜੇ ਨੇ ਉਹਨਾਂ ਦਾ ਕਲਚਰ ਕਿਸ ਪ੍ਰਕਾਰ ਇਸ ਹੱਦ ਤੱਕ ਵਧਿਆ ਹੋਇਆ ਕਿ ਇਸ ਦਾ ਪ੍ਰਚਾਰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੇ ਉੱਪਰ ਵੀ ਪ੍ਰਦਰਸ਼ਨ ਹੈ ਜਿਹੜਾ ਜਾਰੀ ਤੌਰ ਦੇ ਉੱਤੇ ਦਿਖਾਈ ਦੇ ਰਿਹਾ। ਅਗਰ ਬੈਨੀਫਿਟ ਆਫ ਦਾ ਡਾਊਟ ਦੇਣ ਦੀ ਗੱਲ ਕਰਦੇ ਆ, ਉਹ ਕਿਤੇ ਇੱਕ ਅੱਧੀ ਗੱਲ ਕਿਧਰੇ ਹੋ ਗਈ, ਉਸ ਦੇ ਵਿੱਚ ਤੁਸੀਂ ਬੈਨੀਫਿਟ ਆਫ ਦਾ ਡਾਊਟ ਵੀ ਦਿੰਦੇ ਹੋ। ਪਰ ਜਦੋਂ ਵਰਤਾਰਾ ਹੋ ਜਾਵੇ, ਚੱਲਣ ਹੋ ਜਾਵੇ, ਵਰਤਾਰਾ ਹੋ ਜਾਵੇ, ਤਾਂ ਇਹਨੂੰ ਕਿਹਾ ਜਾਂਦਾ ਕਲਚਰ। ਇਸ ਪ੍ਰਕਾਰ ਦਾ ਕਲਚਰ ਹੈ, ਉੱਥੇ ਇਸ ਤਰ੍ਹਾਂ ਦਾ ਜਿਹੜਾ ਵਰਤਾਵ ਹੈ ਉਹ ਆਮ ਚੱਲਦਾ ਹੈ। ਖਰਾਤੀ ਸੰਸਥਾਵਾਂ ਦਾ ਜਿਹੜਾ ਕੰਮ ਹੈ, ਖਾਸ ਤੌਰ ਦੇ ਉੱਤੇ ਮੁਖੀਆਂ ਤੇ ਸੰਚਾਲਕਾਂ ਦਾ ਧਿਆਨ ਕੇਂਦਰਿਤ ਹੁੰਦਾ ਸਮਾਜ ਦੇ ਵਿੱਚ ਲੋੜਵੰਦਾਂ ਦੀ ਮਦਦ ਕਰਨ ਦੇ ਲਈ ਉਪਰਾਲੇ ਕਿਸ ਵਿਧੀ ਵਿਧਾਨਤ ਦੇ ਨਾਲ ਕੀਤੇ ਜਾ ਸਕਦੇ ਨੇ, ਉਸ ਤਰ੍ਹਾਂ ਦੀਆਂ ਵਿਧੀਆਂ ਨੀਤੀਆਂ ਜਿਹੜੀਆਂ ਨੇ ਤਿਆਰ ਕਰਨੀਆਂ ਵਿਧੀਆਂ, ਔਰ ਉਹਨਾਂ ਵਿਧੀਆਂ ਦੇ ਅੰਤਰਗਤ ਸਾਰਿਆਂ ਦੀ ਮਦਦ ਕਰਨੀ। ਪਰ ਜਸ਼ਨਾਂ ਵਾਲੇ ਮਾਹੌਲ, ਕਾਹਦੇ ਜਸ਼ਨ ਮਨਾਏ ਜਾ ਰਹੇ ਹੈ? ਲੋਕਾਂ ਨੂੰ ਬੇਵਕੂਫ ਬਣਾਉਣ ਦੇ, ਸਰਕਾਰ ਨੂੰ ਚੂਨਾ ਲਾਉਣ ਦੇ, ਟੈਕਸ ਪੇਅਰਸ ਦੀ ਮਿਹਨਤ ਦੀ ਜਿਹੜੀ ਕਮਾਈ ਹੈ ਉਸ ਨੂੰ ਮਨਮਰਜ਼ੀ ਦੇ ਨਾਲ ਉਡਾਉਣ ਦੇ। ਇੱਕ ਗੱਲ ਦਾ ਜ਼ਿਕਰ ਤਾਂ ਅਸੀਂ ਤੁਹਾਡੇ ਨੇ ਕਿੰਨੀ ਵਾਰੀ ਕੀਤਾ, ਆਈ ਵਾਜ਼ ਸ਼ੌਕਡ ਟੂ, ਆਪਣੇ ਜ਼ੀਨਤ ਅਮਾਨ ਹਿੰਦੀ ਫਿਲਮੀ ਅਦਾਕਾਰਾ, ਆਪਣੇ ਸਮੇਂ ਦੀ ਮਸ਼ਹੂਰ ਅਦਾਕਾਰਾ ਨੂੰ ਬੁਲਾਇਆ ਗਿਆ ਉੱਥੇ, ਔਰ ਮੀਡੀਆ ਦੇ ਤੌਰ ਤੇ ਸਾਨੂੰ ਵੀ ਬੁਲਾਇਆ ਗਿਆ। ਅਸੀਂ ਉੱਥੇ ਜਾ ਕੇ ਬੈਠੇ, ਸਾਹਮਣੇ ਬੈਠੇ ਆ, ਜ਼ੀਨਤ ਅਮਾਨ ਵੀ ਬੈਠੀ ਹੋਈ ਆ, ਬਾਕੀ ਸਾਡੇ ਬਜ਼ੁਰਗ ਨੇ ਬਹੁਤ ਸਾਰੇ ਉਹ ਬੈਠੇ ਹੋਏ ਆ। ਸਤਵੀਰ ਸਿੰਘ ਚੀਮਾ ਇੰਟਰੋਡਕਸ਼ਨ ਕਰਾਉਂਦਾ, ਕਹਿੰਦਾ ਆਪ ਜੈਸਾ ਮੇਰੀ ਜ਼ਿੰਦਗੀ में ਆਏ तो ਬਾਤ ਬਣ ਜਾਏ। ਮੈਂ ਤੇ ਆਸ਼ਾਨਾ ਨੇ ਇੱਕ ਦੂਜੇ ਵੱਲ ਦੇਖਿਆ ਵੀ ਇਹ ਹੋ ਕੀ ਰਿਹਾ। ਇਹ ਖੈਰਾਤੀ ਸੰਸਥਾ ਜਿਹੜੀ, ਇਸ ਦੇ ਵਿੱਚ ਆ ਕੁਛ ਹੋ ਰਿਹਾ। ਜ਼ੀਨਤ ਅਮਾਨ ਵੀ ਸੁਭਾਵਕ ਹੈ, ਹੁਣ ਵੱਡੀ ਉਮਰ ਦੀ ਹੋ ਗਈ ਆ, ਪਰ ਸਤਵੀਰ ਚੀਮਾ ਦੇ ਜ਼ਹਿਨ ਦੇ ਵਿੱਚ ਤਾਂ ਮੇਰਾ ਖਿਆਲ ਹੈ ਜੇ ਪੁਰਾਣੇ ਵਾਲੀ ਜਿਹੜੀ ਜ਼ੀਨਤ ਅਮਾਨ ਦੇ ਅਕਸ ਹੈ ਜਿਹੜਾ ਉਹੀ ਸ਼ਾਇਦ ਜ਼ਿਆਦਾ ਹਵਾਲਾ ਦੇ ਰਿਹਾ ਸੀ। ਖੈਰ, ਜ਼ੀਨਤ ਅਮਾਨ ਦੀ ਉਸ ਫੇਰੀ ਦੇ ਵਿੱਚ ਵੀ ਕੀ ਕੁੱਕੜ ਖੇ ਖੰਡਾਈ ਗਈ, ਕਿਸ ਪ੍ਰਕਾਰ ਦੇ ਇਹਨਾਂ ਦੇ ਵਰਤਾਵ ਤੋਂ ਉਹ ਔਖੀ ਹੋਈ, ਤੰਗ ਹੋਈ, ਉਸ ਦੀਆਂ ਕਹਾਣੀਆਂ ਵੀ ਮੇਰੇ ਪਾਸ ਪੂਰੀ ਤਰ੍ਹਾਂ ਪਹੁੰਚੀਆਂ, ਜਿਹੜੀ ਇਹਨਾਂ ਤੋਂ ਖੜਾ ਛਡਾ ਕੇ ਕਿਸੇ ਸਾਡੇ ਕਮਿਊਨਿਟੀ ਦੇ ਹੋਰ ਵਿਅਕਤੀ ਦੇ ਨਾਲ ਡਿਨਰ ਦੇ ਉੱਤੇ ਬੈਠ ਕੇ ਉਹਨੇ ਸਾਰੀਆਂ ਗੱਲਾਂ ਕੀਤੀਆਂ। I will share that also with you people। ਉਹ ਵੀ ਮੈਨੂੰ ਕੁਝ ਦਿਨ ਪਹਿਲਾਂ ਹੀ ਪਤਾ ਚੱਲੀਆਂ ਨੇ। ਉਸ ਦਿਨ ਜ਼ਹਿਨ ਦੇ ਵਿੱਚ ਬੜਾ ਅਜੀਬ ਲੱਗਿਆ ਸੀ ਕਿ ਇਹ ਕੀ ਹੋ ਰਿਹਾ। ਆਸ਼ਾਨਾ ਨੇ ਵੀ ਮੇਰੇ ਵੱਲ ਝਾਕ ਕੇ ਤੇ ਮੈਂ ਆਸ਼ਾਨਾ ਵੱਲ ਦੇਖਾਂ ਕਿ ਇਹ इतना बड़ा ऑर्गेनाइजेशन है दीदी, नॉन प्रॉफिट ऑर्गेनाइजेशन, इट्स अ ह्यूज ऑर्गेनाइजेशन जहाँ पर सरकार के मिलियंस ऑफ डॉलर्स फंडिंग दी जाती है। वहाँ का सीईओ एक गेस्ट को इंट्रोड्यूस करा रहा है ये कहकर आप जैसा कोई मेरी जिंदगी में आए। शेम ऑन यू। अगर आपको नहीं आता था इंट्रोडक्शन कराना, किसी और को बोल देते, किसी और पिक्स के एम्प्लॉई या किसी और बोर्ड के मेंबर या समवन जिसको इंट्रोडक्शन करना आता था उसे बोल देते। लेकिन ये बहुत ही बेशरम तरीका, एक बॉलीवुड सेलिब्रिटी को आप इंट्रोड्यूस करा रहे हैं ये कहते हुए आप जैसा कोई मेरी जिंदगी में आए, बहुत शर्म की बात है।
ਅੱਛਾ ਨਾ, ਜਦੋਂ ਮੈਨੂੰ ਕਿਸੇ ਨੇ ਪੁੱਛਿਆ ਸੀ ਨਾ, ਕਹਿੰਦੇ ਤੁਹਾਨੂੰ ਕਿਵੇਂ ਪਤਾ ਲੱਗਿਆ, ਚਲੋ ਅੱਜ ਇਸ ਗੱਲ ਨੂੰ ਵੀ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਜੀ ਸਾਡਾ ਕੰਮ ਹੈ, ਜੇ ਸਾਨੂੰ ਨਾ ਗੱਟ ਫੀਲਿੰਗ ਕੋਈ ਔਖਾ ਜਿਹਾ ਕੋਈ ਕਰੇ, ਇਹਦਾ ਮਤਲਬ ਸਾਨੂੰ ਉਹ ਸੰਦੇਸ਼ ਦੇ ਰਹੀ ਹੈ ਵੀ ਦਿਸ ਇਜ਼ ਨਾਟ ਅਪ ਟੂ ਦ। ਇਹੀ ਵਕਤ ਸੀ ਪਿਕਸ ਦੇ ਵਿੱਚ ਜਦੋਂ ਸਾਨੂੰ ਬੁਲਾਇਆ ਗਿਆ, ਔਰ ਉੱਥੇ ਅਸੀਂ ਦੋਵੇਂ ਜਣੀਆਂ ਗਈਆਂ, ਔਰ ਇਹ ਹੋਇਆ, ਔਰ ਰਾਤ ਨੂੰ ਗਾਲਾ ਦੇ ਵਿੱਚ ਜਿੰਨਤ ਅਮਾਨ ਨੂੰ ਬੁਲਾਇਆ ਗਿਆ ਸੀ, ਉਸ ਗਾਲਾ ਦੀਆਂ ਟਿਕਟਾਂ ਜਿਹੜੀਆਂ ਨੇ ਉਹ ਵੇਚੀਆਂ ਗਈਆਂ ਸੀ, ਜਿਸ ਤਰ੍ਹਾਂ ਕਿਸੇ ਬੜੀ ਅਮੀਰ ਜਿਹੜੇ ਲੋਕ ਨੇ ਉਹਨਾਂ ਦਾ ਆਪਣਾ ਇਕੱਠ ਹੈ, ਜਿੱਥੇ ਉਹਨਾਂ ਨੇ ਪੈਂਗਿਊਮ ਸੂਟ ਪਾਏ ਹੋਏ ਸੀ, ਭਾਵ ਕਾਲੇ ਸੂਟ ਦੇ ਵਿੱਚ ਚਿੱਟੀ ਸ਼ਰਟ ਪਾ ਕੇ, ਉਸ ਤਰ੍ਹਾਂ ਦੇ ਮਤਲਬ ਕਹਿ ਸਕਦੇ ਹਾਂ ਮੇਲੇ ਤੇ ਜਦੋਂ ਜਾਂਦੇ ਨੇ ਜਿਨ੍ਹਾਂ ਨੇ ਕਦੇ ਮੂੰਹ ਨਹੀਂ ਧੋਤਾ ਹੁੰਦਾ, ਉਹ ਹਾਲ मेरे ख्याल ਹੁੰਦਾ। से 5-5 हज़ार डॉलर के टेबल्स सेल किए थे। ਉਦੋਂ ਸਤਵੀਰ ਚੀਮਾ ਦੀ ਉਸ ਕਾਰਗੁਜ਼ਾਰੀ ਨੇ ਸਾਨੂੰ ਅਨਈਜ਼ੀ ਮਹਿਸੂਸ ਕਰਾਇਆ ਸੀ। ਅਸੀਂ ਦੋਵਾਂ ਨੇ ਇੱਕ ਦੂਜੇ ਵੱਲ ਦੇਖਿਆ ਹੈ, ਵਾਟ ਇਜ਼ ਇਟ, ਅਸੀਂ ਕਿਹਾ ਚਲੋ ਇੱਕ ਬੰਦੇ ਦੀ ਬੇਵਕੂਫੀ ਹੈ, ਨਹੀਂ। ਪਰ ਉਸ ਤੋਂ ਬਾਅਦ ਕਿਸੇ CEO ਦਾ ਇਸ ਤਰੀਕੇ ਦੇ ਨਾਲ ਇਹੋ ਜਿਹੇ ਵਾਤਾਵਰਨ ਦੇ ਵਿੱਚ ਜਿੱਥੇ ਸਾਰਾ ਮੀਡੀਆ ਇਸ ਤਰ੍ਹਾਂ ਦੀ ਬੇਹੁਦਰੀ ਜਿਹੜੀ ਹਰਕਤ ਹੈ, ਇਹਦਾ ਮਤਲਬ ਇਟਸ ਏ ਪੈਟਰਨ। ਤਾਂ ਹੀ ਤਾਂ ਸਾਰੇ ਮੀਡੀਆ ਦੇ ਸਾਹਮਣੇ, ਗੈਸਟ ਆਫ ਆਨਰ ਤੇ ਬਾਕੀ ਸਾਰੇ ਦੇ ਸਾਹਮਣੇ ਸਤਵੀਰ ਸਿੰਘ ਚੀਮਾ ਇਸ ਤਰ੍ਹਾਂ ਦੀ ਬੇਹੁਦਰੀ ਜਿਹੜੀ ਹਰਕਤ ਹੈ ਉਹ ਕਰ ਗਿਆ। ਔਰ ਉਸ ਤੋਂ ਬਾਅਦ ਇਹੋ ਜਿਹੇ ਪੱਤਰੇ ਖੁੱਲ੍ਹਣੇ ਹੋਏ ਸ਼ੁਰੂ ਹੋਏ, ਹਜੇ ਤੱਕ ਇਹ ਪੱਤਰੇ ਖੁੱਲ੍ਹਣੇ ਬੰਦ ਨਹੀਂ ਹੋਏ। Did the lack of qualification for being being a CEO for an organization like PIX, non-profit organization, और वैसे शायद आप if you go back recall करो तो चरणपाल गिल से CEO का पोजीशन जब सतवीर चीमा ने लिया था, तो उस वक्त ये बात ऑन रिकॉर्ड कहा गया था कि इसकी क्वालिफिकेशन तो नहीं है, लेकिन कहता था कि मैं कम पे लेकर CEO बनूंगा। सो ये बात बिल्कुल सही है कि इनकी क्वालिफिकेशन CEO चरणपाल गिल के मुकाबले में बहुत कट सी, और उन्होंने ये कहा था कि मैं कम पैसे लेकर पिक्स का CEO बनूंगा। लेकिन कुछ साल बाद हमें ये पता चल रहा है कि रेट्रो पे लिया गया, कम पैसे वाली बात तो है ही नहीं। उस वक्त पोजीशन लेने के लिए हाथापाई करके ले लिया गया, कम एजुकेशन के साथ, कम क्वालिफिकेशन के साथ, और अब रेट्रो पे भी ले लिया। रेट्रो पे के परसेंटेज क्या था, कितना रेट्रो पे लिया, बोर्ड ने कहा था कि इसे गुरु नानक डाइवर्सिटी विलेज की तरफ डिपॉजिट करना चाहिए था, लेकिन वो चेक किसको गया, रेट्रो पे का। ये सारी बातें खुलकर सामने नहीं लेकर आए और कहते हम फॉरेंसिक ऑडिट कर ले। ऑडिट किया भी पिक्स वालों ने खुद। जैसे कि आप अगर कहीं पर जाकर इमिग्रेशन चिट्ठियां लिखाना चाहते हो ना, तो जाकर बोल दो कि हमें ये लिख दो, पैसे आपने देना है। लिखने वाले कुछ भी लिख कर दे दे, चाहे 5,000 ले ले या 10,000 ले ले, आपके कह के मुताबिक इमिग्रेशन चिट्ठी लिखाई जाती है। तो इसी तरह से KPMG को हायर करके उनको जो बताया गया, जैसे करना था वैसे करना था, उस तरह से ये फॉरेंसिक ऑडिट की गई है। सो अगर पिक्स वाले इतने ही सच्चे हैं तो पब्लिक की तरफ से ये फॉरेंसिक ऑडिट कराओ, पब्लिक के क्वेश्चंस बता के सरकार कराए फॉरेंसिक ऑडिट, पब्लिक के क्वेश्चंस लेकर कि क्या क्या दोष लगा हुआ है पिक्स के ऊपर, इसे फाइंड आउट करो। फिर जाके बात बनेगी ना, फिर संवाद आएगी, फिर देखते हैं आप मेरे जिंदगी में आए तो बात बन जाए। किधर जाएगा, किस तरफ को भागेगा, किसकी जिंदगी की तरफ भागेगा? दिस इज समथिंग दैट हैज टू बी डन। पिक्स के अंदर जो भी कुछ हो रहा है ये सारे खुलकर सामने आना चाहिए। इनके जो बोर्ड ऑफ डायरेक्टर्स नए बने हैं, फिजियोथेरेपिस्ट क्या नाम था उनका, सुरिंदर सिंह कंग, सिकंदर सिंह कंग, क्या उन्हें पता है कि पिक्स के अंदर हो क्या रहा है, हम लोग क्या मांग कर रहे? बोर्ड ऑफ डायरेक्टर तो लाकर बैठा दिए, लेकिन कारगुजारी पिक्स का पता है? इसके बाद जो मेघा गोयल है, डज शी और ही नो कि क्या है पिक्स के अंदर, क्या हो रहा है? इसके अलावा जरा
इंश्योरेंस ब्रोकर परमिंदर 10, खैर इनसे तो हम उम्मीद नहीं रखते कुछ भी, क्योंकि इनकी कारगुजारी वैसे ही लोगों को पता ही है। सो इस तरह के काम करने वाला सतबीर चीमा, सीईओ पिक्स का, जो अपने घर पे बखरा पार्टी, शराब, जाम छलकाना, एक बोर्ड ऑफ डायरेक्टर केएम पवार जिसकी तस्वीर आप देख रहे हैं, सस्पेंडेड रियल्टर भी है, पिक्स के बोर्ड में बैठना, जाम छलकाना, इस तरह से शराब और शबाब के साथ, व्हाट आर वी एक्सपेक्टिंग फ्रॉम दीज गाइस? सरकार क्या एक्सपेक्ट कर रहे हैं इस तरह के लोगों को पिक्स के बोर्ड में जो बैठे हुए हैं इनसे? ये सवाल है। खैर वापस आते हैं कुछ व्यापारिक संदेशों के बाद। सुनते रहिए www.mwlive.ca। ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਸਹੀ ਸਲਾਹ ਤੁਹਾਡੇ ਹਿੱਤ ਦੇ ਵਿੱਚ ਫੈਸਲੇ ਕਰਵਾਉਂਦੀ ਹੈ, ਜਿਸ ਲਈ ਨਿਊ ਵਰਲਡ ਕੈਨੇਡਾ ਇਮੀਗ੍ਰੇਸ਼ਨ ਸਰਵਿਸਿਜ਼ ਦੇ ਬਲਵਿੰਦਰ ਜੀਤ ਬਾਸੀ ਨੂੰ ਕਰੋ ਕਾਲ 604 572 4000। ਇਹ ਸਰਟੀਫਾਈਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਤੇ ICCRC ਦੇ ਮੈਂਬਰ ਨੇ ਔਰ 2011 ਤੋਂ ਸੇਵਾਵਾਂ ਦੇ ਰਹੇ ਹਨ। ਇਮੀਗ੍ਰੇਸ਼ਨ ਦੇ ਹਰ ਮਸਲੇ ਦੇ ਲਈ ਕਰੋ ਕਾਲ 604 575 8000, ਯੂਨੋ ਨੰਬਰ 403 83 18 120 ਸਟਰੀਟ ਸਰੀ, ਜਾਂ ਵਿਜ਼ਿਟ ਕਰੋ www.newworldcanada.ca। ਖੱਕਾ ਖੱਕਾ ਗੱਗਾ ਖੱਗਾ ਘਰ, ਪਾਪਾ ਆਪਾਂ ਘਰ ਕਦੋਂ ਲਵਾਂਗੇ? ਇਹਨਾਂ ਨੇ ਘਰ ਕਿੱਥੇ ਲੈ ਕੇ ਦੇਣਾ ਹੈ? ਉਹ ਪੁੱਤਰਾ ਹੁਣ ਗੱਲ ਬਣ ਗਈ। ਮੈਂ ਪਲੈਨਟ ਗਰੁੱਪ ਰਿਐਲਿਟੀ ਦੇ ਮਨਦੀਪ ਸਿੰਘ ਢੁੱਡੀਕੇ ਨਾਲ ਗੱਲ ਕਰ ਲਈ ਹੈ। ਵਧੀਆ ਡੀਲ ਲੈ ਕੇ ਦੇਣਗੇ। ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦੀ ਸਿਰਦਰਦੀ ਤੋਂ ਵੀ ਬਚਾਂਗੇ। ਇਹਨਾਂ ਦੇ ਕੋਲ ਕੰਸਟਰਕਸ਼ਨ ਦਾ 15 ਸਾਲ ਦਾ ਤਜਰਬਾ ਹੈ। ਇਹਨਾਂ ਪਾਸ ਲੈਂਗਲੀ ਦੇ ਵਿੱਚ 1600 ਤੋਂ ਲੈ ਕੇ 2100 ਸਕੁਅਰ ਫੁੱਟ ਬਣੇ ਟਾਊਨ ਹੋਮ ਵੀਲ ਚੇਅਰ ਐਕਸੈਸਿਬਲ ਹਨ। ਚਾਹੇ ਤੁਸੀਂ ਐਲੀਵੇਟਰ ਵੀ ਲਗਵਾ ਸਕਦੇ ਹੋ। ਫਰਸਟ ਟਾਈਮ ਹੋਮ ਖਰੀਦਣਾ ਚਾਹੁੰਦੇ ਹੋ? ਅੱਜ ਹੀ ਗੱਲਬਾਤ ਕਰੋ। ਰੀਅਲ ਸਟੇਟ ਦੇ ਵਿੱਚ ਬੈਸਟ ਡੀਲ ਲੈਣ ਵਾਸਤੇ ਮਨਦੀਪ ਸਿੰਘ ਢੁੱਡੀਕੇ 6047168570 604 716 8570। ਐਕਸਪ੍ਰੈਸ ਐਂਟਰੀ ਦੇ ਵਿੱਚ PR ਲਈ ਅਪਲਾਈ ਕਰਨਾ ਹੈ ਤਾਂ ਆਈਡੀਆ ਇਮੀਗ੍ਰੇਸ਼ਨ ਦੇ ਨਵਨੀਤ ਸ਼ਰਮਾ ਜੀ ਨੂੰ ਕਰੋ ਕਾਲ 604 597 1119 ਤੇ। BC ਦੇ ਵਿੱਚ PNP ਜਾਂ ਫਿਰ ਸਸਕੈਚੁਅਨ ਦੇ ਵਿੱਚ SINP ਦੇ ਲਈ ਗਾਈਡੈਂਸ ਦੀ ਲੋੜ ਹੈ। ਸਟੂਡੈਂਟਸ ਨੇ ਐਪਲੀਕੇਸ਼ਨ ਫਾਈਲ ਕਰਨੀ ਹੈ। ਸਟੱਡੀ ਵੀਜ਼ਾ, ਵਰਕ ਪਰਮਿਟ, ਮੈਰਿਜ, LMIA ਐਪਲੀਕੇਸ਼ਨ, ਓਨਰ ਆਪਰੇਟਰ ਜਾਂ ਫਿਰ ਇਨਵੈਸਟਮੈਂਟ ਐਪਲੀਕੇਸ਼ਨ, ਕੇਅਰ ਗਿਵਰ ਨੈਨੀ ਪ੍ਰੋਗਰਾਮ ਦੇ ਲਈ ਅਪਲਾਈ ਕਰਨ ਦੇ ਵਿੱਚ ਮਦਦ ਕਰਦੇ ਨੇ। ਆਈਡੀਆ ਇਮੀਗ੍ਰੇਸ਼ਨ ਦੇ ਦਫ਼ਤਰ ਸਰੀ ਕਲੋਨਾ ਤੇ ਰਜ਼ਾਈਨਾ ਵਿਖੇ ਨੇ। ਸਰੀ ਦਾ ਦਫ਼ਤਰ ਯਾਰਕ ਸੈਂਟਰ ਵਿਖੇ ਯੂਨੋ ਨੰਬਰ 209 7928 128 ਸਟਰੀਟ 604 597 1119। ਆਈਡੀਆ ਇਮੀਗ੍ਰੇਸ਼ਨ। ਘਰ ਦਾ ਪਲਾਨ ਤੇ ਬਣ ਗਿਆ, ਟੂਟੀਆਂ ਤੇ ਟੱਬ ਕਿੱਥੋਂ ਲੈਣੇ ਆ ਸ਼ੇਰਿਆ? ਸਰਦਾਰ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਤੇ ਸਭ ਤੋਂ ਸੋਹਣਾ ਸ਼ੋਰੂਮ ਹੈ HD ਪ੍ਰੋਡਕਟ। ਇਹ ਤਾਂ ਬਿਨਾਂ ਕਿਤੇ ਹੋਰ ਗੱਲ ਨਹੀਂ ਬਣਨੀ। ਕਮਾਓ ਏ ਫੋਨ 604 231 9592। ਹੁਣੇ ਲਓ ਸਰਦਾਰ 604 231 9592। ਆਪਣੇ ਡ੍ਰੀਮ ਹਾਊਸ ਵਿੱਚ ਬਾਥਰੂਮ ਅਤੇ ਕਿਚਨ ਦੀ ਯੂਨੀਕ ਲੁੱਕ ਵਾਸਤੇ ਇੱਕ ਗੇੜਾ HTA ਦੇ ਸ਼ੋਰੂਮ ਸਿੰਪਸਨ ਅਤੇ ਬ੍ਰਿਜਪੋਰਟ ਦੇ ਕਾਰਨਰ ਤੇ ਜ਼ਰੂਰ ਮਾਰੋ। ਕਾਲ HTA 604 231 9592। बिरयानी, गोट कढ़ाई, निहारी चिकन कढ़ाई, बारबेक्यू बीफ कबाब ਆ कढ़ाई। ਕਿਹੜਾ ਖਾਣ ਪੀਣ ਦਾ ਮੰਤਰ ਪੜ ਰਹੀ ਹੈ? ਇਹ ਮੰਤਰ ਹਾਊਸ ਆਫ ਚਿਕਨ ਦੇ ਡਿਸ਼ਸ ਦਾ ਹੈ। ਚਾਹੇ वो बिरयानी हो या फिर गोट कढ़ाई, कल दे डिनर भूल नहीं सकती। अभी भी हाथों से खुशबू नहीं जा रही। ਹਾਂ ਮੈਂ ਵੀ ਸੁਣਿਆ ਹਾਊਸ ਆਫ ਚਿਕਨ ਦਾ ਕ੍ਰਿਸਪੀ ਗ੍ਰਿਲਡ ਚਿਕਨ ਜਾਂ ਫਿਰ ਤੰਦੂਰੀ ਚਿਕਨ, ਵਿੰਗਸ, 버ਗਰ, ਪੈਰੀ ਪੈਰੀ ਬਹੁਤ ਹੀ ਸਵਾਦ ਨੇ। ਪਹੁੰਚੋ 8223 120th ਸਟਰੀਟ ਡਲਟ ਵਾਲੇ ਪਾਸੇ। ਟੈਲੀਫੋਨ ਨੰਬਰ 2364661119। एक बारी हाउस ऑफ चिकन दी बिरयानी खाओगे, पाकिस्तान दी बिरयानी भूल जाओगे। हाउस ऑफ चिकन। ਪੀਡੀਆਵੇਜ਼ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਅੱਜ ਖਾਸ ਤੌਰ ਦੇ ਉੱਤੇ ਪਿਕਸ ਵਿਖੇ ਕਲਚਰ ਆਫ ਅਲਕੋਹਲਿਜ਼ਮ ਹੈ ਜਿਹੜਾ ਉਸ ਦੇ ਸੰਬੰਧ ਦੇ ਵਿੱਚ ਗੱਲਬਾਤ ਚੱਲ ਰਹੀ ਹੈ। ਅੱਛਾ ਨਾ ਤੁਸੀਂ ਇੱਕ ਗੱਲ ਕਹੀ ਹਾਂਜੀ ਵੀ ਮੈਂ ਤਾਂ ਘੱਟ ਕੁਆਲੀਫਾਈਡ ਹੈ ਜਿਹੜਾ ਵਿਅਕਤੀ ਘੱਟ ਤਨਖਾਹ ਦੇ ਉੱਤੇ ਹਾਇਰ ਕੀਤਾ ਸੀ। ਇਹ ਪਿਕਸ ਨੂੰ ਬਹੁਤਾ ਮਹਿੰਗਾ ਪੈ ਗਿਆ, ਪਰ ਨਾਲ ਦੀ ਨਾਲ ਇੱਕ ਉਦਾਹਰਨ ਮੁਹਾਵਰਾ ਜਿਹੜਾ ਉਹਨੂੰ ਵੀ ਸੱਚ ਸਾਬਤ ਕਰ ਗਿਆ। ਹਾਂਜੀ ਕਹਿੰਦੇ ਮਹਿੰਗਾ ਰੋਵੇ ਇੱਕ ਵਾਰ, ਸਸਤਾ ਰੋਵੇ ਬਾਰ-ਬਾਰ। ਇਹ ਅਕਸਰ ਕੋਈ ਚੀਜ਼ ਖਰੀਦਣ ਜਾਂ ਕੱਪੜਾ ਖਰੀਦਣ ਗਈਆਂ ਮਾਤਾਵਾਂ ਅਕਸਰ ਕਹਿੰਦੀਆਂ, ਕਹਿੰਦੇ ਮਹਿੰਗਾ ਰੋਵੇ ਇੱਕ ਵਾਰ, ਸਸਤਾ ਰੋਵੇ ਬਾਰ-ਬਾਰ।
ਖੈਰਾਤੀ ਸੰਸਥਾਵਾਂ ਜਾਂ ਕੋਈ ਵੀ ਹੋਵੇ, ਕੰਮ ਤੇ ਚੀਜ਼ ਦੀ ਜਿਹੜੀ ਪਕਿਆਈ ਹੈ ਉਸ ਨੂੰ ਅਗਰ ਮੁੱਖ ਰੱਖਦੇ ਹੋਏ ਕਿਸੇ ਵੀ ਚੀਜ਼ ਦੀ ਚੋਣ ਕੀਤੀ ਜਾਵੇ, ਕਿਸੇ ਵਿਅਕਤੀ ਦੀ ਚੋਣ ਕੀਤੀ ਜਾਵੇ, ਤਾਂ ਉਹਦੇ ਵਿੱਚ ਤੁਸੀਂ ਬਾਅਦ ਦੇ ਵਿੱਚ ਖਤਾ ਨਹੀਂ ਖਾਂਦੇ। ਵਰਨਾ ਤਾਂ ਬਾਰ-ਬਾਰ ਰੋਣ ਵਾਲੀ ਕਹਾਣੀ ਹੈ। ਸਤਵੀਰ ਚੀਮਾ ਦੇ ਸਕੀਮਾਂ ਦੀਆਂ ਜਿਹੜੀਆਂ ਰੋਣ ਧੋਣਾ ਹੈ ਉਹ ਚੱਲਦਾ ਰਿਹਾ, ਔਰ ਇਸ ਬੋਰਡ ਦੀ AGM ਮੀਟਿੰਗ ਦੇ ਵਿੱਚ ਵੀ ਅੱਧਾ ਘੰਟਾ ਉਹਨੇ ਆਪਣੇ ਆਪ ਨੂੰ ਢਿੱਡ ਦੇ ਉੱਤੇ ਹੱਥ ਜਿਹਾ ਰੱਖ ਕੇ ਰੋ ਪਿੱਟ ਕੇ ਵਕਤ ਪੂਰਾ ਕੀਤਾ। ਜਦੋਂ ਕੁਝ ਕੁ ਬੰਦੇ ਨੇ ਦੱਸਿਆ, ਕਹਿੰਦੇ ਜੀ ਪਾਸ ਆਪਣੇ ਢਿੱਡ ਤੇ ਇਕੱਠਾ ਜਿਹਾ ਹੋ ਕੇ ਕਹਿੰਦੇ ਵਿੱਚ ਰੋ ਪਿੱਟਣ ਬਹਿ ਜਾਂਦਾ ਸੀ, ਵਿੱਚ ਆਪਣੇ ਦੁੱਖ ਦੱਸਦਾ ਸੀ ਲੋਕਾਂ ਦੇ ਵਿੱਚ ਸਹਾਨੁਭੂਤੀ ਲੈਣ ਦੇ ਲਈ। ਲੋਕੀ ਕਹਿੰਦੇ ਨੇ ਤੀਵੀਂ ਦੇ 365 ਚ ਲਿੱਤਰ ਹੁੰਦੇ ਨੇ। ਆ ਜਿਹੜੀਆਂ ਕਾਰਵਾਈਆਂ ਮੈਨੂੰ ਦੱਸੀਆਂ, ਉਹਦਾ ਤਾਂ ਲੱਗਦਾ ਵੀ ਸਤਵੀਰ ਸਿੰਘ ਚੀਮਾ ਦੇ ਚਲਿੱਤਰ ਨੇ ਜਿਹੜੇ 365 ਨਹੀਂ 368 ਹੀ ਹੋਣਗੇ। ਉਹ ਵਿਅਕਤੀ ਜਿਹੜਾ ਵਕਤ ਦੇਖ ਕੇ ਆਪਣਾ ਪੈਂਤੜਾ ਜਿਹੜਾ ਬਦਲਦਾ ਹੋਵੇ, ਉਹ ਭਰੋਸੇਯੋਗ ਕੋਈ ਨਹੀਂ ਹੁੰਦਾ, ਕਦੇ ਨਹੀਂ ਹੁੰਦਾ, ਕਦੇ ਨਹੀਂ ਹੁੰਦਾ। ਨਾ ਹੀ ਹੋਣਾ ਚਾਹੀਦਾ। ਨਿਰਸੰਦੇਹ ਜਿਹੜੀ ਇਹ ਕਾਰਗੁਜ਼ਾਰੀ ਪਿਕਸ ਦੀ ਐਸ ਹੱਦ ਤੱਕ ਪਹੁੰਚੀ ਆ, ਕੋਹੜ ਇੱਕ ਤਰੀਕੇ ਨਾਲ ਕੋਹੜ ਹੀ ਪੈ ਗਿਆ ਇਹ, ਕਿਉਂਕਿ ਇਹਦੀ ਜਦੋਂ ਫਿਣਸੀ ਉੱਗੀ ਸੀ ਨਾ, ਉਦੋਂ ਇਹਦਾ ਇਲਾਜ ਨਹੀਂ ਸੀ ਹੋਇਆ। ਫਿਣਸੀ ਰਹੀ, ਜਦ ਫਿਰ ਚਰਨਪਾਲ ਗਿੱਲ ਉਹਨਾਂ ਦੇ ਜਾਣ ਤੋਂ ਬਾਅਦ ਇਹ ਫੋੜਾ ਬਣ ਗਿਆ, ਫੋੜੇ ਤੋਂ ਬਾਅਦ ਹੁਣ ਇਹ ਕੋਹੜ ਬਣਿਆ ਹੋਇਆ। ਔਰ ਇਸ ਦਾ ਸਫਾਇਆ ਜਿਹੜਾ ਹੈ, ਇਹ ਸਾਰੇ ਦਾ ਸਾਰਾ ਲੁੰਗ ਲਾਣਾ ਕੱਢ ਕੇ ਹੀ ਹੋਣਾ। ਯਾਦ ਰਹੇ ਸੂਬਾ ਸਰਕਾਰ ਇਹ ਗੱਲ ਮੇਰੀ ਲਿਖ ਲਵੇ, ਜਿਤਨੀ ਦੇਰ ਤੱਕ ਬੋਰਡ ਭੰਗ ਕਰਕੇ ਚੰਗੀ ਤਰ੍ਹਾਂ ਅਟੀਰਾ ਦੀ ਤਰ੍ਹਾਂ ਤੁਸੀਂ ਇਸ ਦਾ ਸਫਾਇਆ ਨਹੀਂ ਕਰਦੇ, ਜਿਸ ਤਰ੍ਹਾਂ BC ਹਾਊਸਿੰਗ ਦੇ ਵਿੱਚ ਇੱਕ ਦੀ ਜਿਹੜੀਆਂ ਕੁਰੀਤੀਆਂ ਨੇ ਉਹਨਾਂ ਦਾ ਸਫਾਇਆ ਕੀਤਾ, ਉਨੀ ਦੇਰ ਤੱਕ ਇਹ ਵੱਲ ਨਹੀਂ ਆਉਣੀ। ਔਰ NDP ਪਾਰਟੀ ਨੂੰ ਖਾਸ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਉਹਨਾਂ ਦੀ ਸਰਕਾਰ ਹੈ, ਉਹਨਾਂ ਦੀ ਆਪਣੀ ਪਾਰਟੀ ਦੀ ਪੂਰੀ ਤਰ੍ਹਾਂ ਸਪੋਰਟ ਵਾਲੀ ਇਸ ਨੂੰ ਸੰਸਥਾ ਨੂੰ ਮੰਨਿਆ ਜਾਂਦਾ ਪਹਿਲੇ ਦਿਨ ਤੋਂ, ਕਿਉਂਕਿ NDP ਪਾਰਟੀ ਹਮੇਸ਼ਾ ਹੀ ਉਹ ਲੋਕ ਜਿਹੜੇ ਸਮਾਜਿਕ ਪੱਧਰ ਦੇ ਉੱਤੇ ਮਜ਼ਲੂਮ ਨੇ ਉਹਨਾਂ ਦੇ ਹੱਕ ਦੇ ਵਿੱਚ ਖੜਦੀ ਤੇ ਨਿੱਤਰਦੀ ਆਈ ਹੈ। ਔਰ ਦੂਜੀਆਂ ਪਾਰਟੀਆਂ ਨੂੰ ਉਹਨਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲੱਗਦੇ ਰਹੇ ਹੈ। वैसे और आज उन्होंने दुर्वरतों हो रही है। आपने NDP पार्टी की बात की, NDP पार्टी के सरकार होते हुए पिक्स के अंदर जो कुछ हुआ है उसको ना साफ करने के एक वजह हो सकती है इस पार्टी की हार। और जिस तरह से उभरते हुए BC कंजर्वेटिव आगे आ रहे हैं जी, और BC कंजर्वेटिव जिस तरह से काम करने के बारे में बता रहे हैं, तो हो सकता है ये साफ सफाई शायद BC कंजर्वेटिव ही करे। यू डोंट नो, पार्टीज के एक ਜਿਹੜੀ पॉलिसीज है दीदी वो देख कर लोग वोट देंदे आ, और जिस तरह से इस वक्त BC कंजर्वेटिव को पसंद किया जा रहा है, तो हो सकता है पिक्स का ये साफ सफाई जो है वो BC कंजर्वेटिव ही कर दे। खैर, इस बारे में हम बातचीत ज़रूर करेंगे, वी विल टॉक अबाउट इट। लेकिन एक नुक्ता आपने एक और उठाया दीदी कि खालसा क्रेडिट यूनियन, खालसा क्रेडिट यूनियन मेरे ख्याल से वेरी रिस्पेक्टेड ऑर्गेनाइजेशन है, और इस ऑर्गेनाइजेशन के बारे में काफ़ी कुछ हम लोग सुनते हैं, लेकिन पिक्स के हर एक बोर्ड ऑफ डायरेक्टर्स की जाकर अंकड़े जो है वो खालसा क्रेडिट यूनियन के साथ क्यों जुड़ रहे हैं? चाहे वो प्रीवियस वाइस चेयर था, प्रीवियस चेयर था तरलोचन सिंह संधू, तोची सिंह संधू, राइट, ते दूसरी मनजिंदर कौर ग्रीवाल जो आज कल वाइस चेयर बनी हुई है, ते सतबीर चीमा भी खालसा क्रेडिट यूनियन, और भी बोर्ड ऑफ डायरेक्टर्स के लिंक्स है जो खालसा क्रेडिट यूनियन के साथ है। What is the role of खालसा क्रेडिट यूनियन behind this PICS board? क्या रोल है? क्या ये सिर्फ सतबीर चीमा के यार बेली है, या इसके पीछे और कोई बात है? ये सवाल लोग शुरू कर रहे हैं पूछने के लिए। अब खालसा क्रेडिट यूनियन का इन्वेस्टिगेशन जो है पिक्स के साथ ये ज़रूर होगा कि व्हाट इज़ द कनेक्शन देयर, क्या कनेक्शन है। इत्तेफाकन तो नहीं हो सकता कि इतने सारे लोग खालसा क्रेडिट यूनियन के जुड़े हुए हैं पिक्स के बोर्ड के साथ,
सो देयर इज़ समथिंग देयर जिसके बारे में हम ज़रूर पता करेंगे, फाइंड आउट करेंगे और आप लोगों के सामने लाकर रखेंगे। वैसे खालसा क्रेडिट यूनियन एक ट्रस्टेड ऑर्गेनाइजेशन है, बैंक है। लोग खालसा क्रेडिट यूनियन पर भरोसा करते हैं, अपने पैसे रखते हैं इस बैंक के अंदर और उनके साथ डील करते हैं। ये बैंक चल रहा है हमारे कम्युनिटी के लोगों के साथ। और इस बैंक के क्या ताल्लुकात खालसा क्रेडिट यूनियन के पिक्स के बोर्ड के साथ? अब उनकी खालसा क्रेडिट यूनियन के काम करने वाली मनिंदर कौर ग्रीवाल अब वाइस चेयर बन गई है पिक्स के। हालांकि एक औरत होने के नतीजे उनको भी पता होना चाहिए कि पिक्स के अंदर हो क्या रहा है, व्हाट इज़ हैपनिंग इन पिक्स, लेकिन नहीं। आई थिंक इट हैज़ समथिंग टू डू विद द क्रेडिट यूनियन हियर। ਅੱਛਾ ਨਾ, ਤੁਸੀਂ ਕਨੈਕਸ਼ਨ ਦੀ ਗੱਲ ਕੀਤੀ ਹੈ, ਹਾਂਜੀ, ਇਹਦੇ ਨਾਲ ਦੇਖੋ ਇਹ ਮੰਨਣਾ ਪਏਗਾ, ਹਾਂ ਹਾਂ ਚਾਹੇ ਬੈਂਕ ਸੰਸਥਾ ਹੋਵੇ ਤੇ ਚਾਹੇ ਹੋਵੇ ਖੈਰਾਤੀ ਸੰਸਥਾ, ਹਾਂ ਹਾਂ ਸੰਸਥਾ ਆਪਣੇ ਆਪ ਦੇ ਵਿੱਚ ਨਹੀਂ ਚੱਲਦੀ, ਉਹਨੂੰ ਚਲਾਉਂਦੇ ਆ ਲੋਕ। ਹਾਂਜੀ ਔਰ ਕੋਈ ਵੀ ਚਾਹੇ ਬੈਂਕ ਹੋਵੇ, ਹਾਂਜੀ ਪੁਰਾਣਾ ਵਕਤ ਦਾ ਇਤਿਹਾਸ ਆ, ਥੋੜੇ ਕੁ ਸਾਲ ਪੁਰਾਣੇ ਜਾ ਕੇ ਦੇਖ ਲਵੋ, ਹੂੰ ਤੇ ਚਾਹੇ ਹੋਵੇ ਕੋਈ ਵੀ ਖੈਰਾਤੀ ਸੰਸਥਾ, ਉਸ ਨੂੰ ਚਲਾਉਣ ਵਾਲੇ ਜਦੋਂ ਕਤਾਈਆਂ ਕਰਦੇ ਆ, ਕਤਾਈਆਂ ਕਰਦੇ ਨੇ ਆਪਣੀ ਹੈਂਕੜ ਦੇ ਵਿੱਚ, ਹੂੰ ਤਾਂ ਚਾਹੇ ਉਹ ਫਿਰ ਬੈਂਕ ਹੋਵੇ ਤੇ ਚਾਹੇ ਹੁਣ ਖੈਰਾਤੀ ਸੰਸਥਾਵਾਂ, ਤਾਂ ਸਰਕਾਰ ਨੂੰ ਵਿੱਚ ਇੰਟਰਵੀਨ ਕਰਕੇ ਆਪਣੇ ਹੱਥ ਦੇ ਵਿੱਚ ਲੈਣੇ ਪੈਂਦੇ ਨੇ ਔਰ ਉਹਨਾਂ ਨੂੰ ਮੁੜ ਪੈਰਾਂ ਦੇ ਉੱਤੇ ਬਹਾਲ ਕਰਨ ਦੇ ਵਿੱਚ ਸਮਾਂ ਲੱਗਦਾ ਹੈ। ਇਹ ਵਾਪਰ ਚੁੱਕਿਆ ਬੈਂਕਸ, ਕ੍ਰੈਡਿਟ ਯੂਨੀਅਨ ਤੇ ਜਾਂ ਫਿਰ ਖੈਰਾਤੀ ਸੰਸਥਾ, ਸਾਰਿਆਂ ਦਾ ਇਤਿਹਾਸ ਫੋਲ ਕੇ ਦੇਖ ਲਓ, ਤੁਹਾਨੂੰ ਕੁਝ ਕੁ ਸਾਲਾਂ ਦੇ ਵਿੱਚ ਨਹੀਂ ਸਾਡੇ ਮਾਸ਼ਰੇ ਦੇ ਨਾਲ ਸੰਬੰਧਿਤ ਨੇ। ਹੂੰ ਉਹਨਾਂ ਦੇ ਵਿੱਚ ਕੰਮ ਕਰਨ ਵਾਲਿਆਂ ਦੀਆਂ ਹੈਂਕੜ ਦੇ ਅੰਤਰਗਤ ਕੀਤੀਆਂ ਹੋਈਆਂ ਕਤਾਈਆਂ ਦੇ ਕਾਰਨ ਹੂੰ ਕ੍ਰੈਡਿਟ ਯੂਨੀਅਨ ਦੀ ਵਾਂਗ ਡੋਰ ਹੈ ਜਿਹੜੀ ਸੰਬੰਧਿਤ ਅਧਿਕਾਰੀਆਂ ਨੂੰ ਆਪਣੇ ਹੱਥ ਲੈਣੀ ਪਈ। ਔਰ ਅਸੀਂ ਚਾਹੁੰਦੇ ਹਾਂ ਕਿ ਸੂਬਾ ਸਰਕਾਰ ਪਿਕਸ ਸੰਸਥਾ ਜਿਹੜੀ ਉਸਦਾ ਬੋਰਡ ਭੰਗ ਕਰਕੇ ਇਸ ਦੀ ਕਾਰਗੁਜ਼ਾਰੀ ਆਪਣੇ ਹੱਥ ਦੇ ਵਿੱਚ ਲੈ ਕੇ ਸਾਰੀਆਂ ਲੁੰਬੜ ਚਾਲਾਂ ਚੱਲਣ ਵਾਲੇ ਔਰ ਅਣਅਧਿਕਾਰਤ ਅਤੇ ਸਮਾਜ ਵਿਰੋਧੀ ਕਾਰਗੁਜ਼ਾਰੀਆਂ ਕਰਨ ਵਾਲੇ ਲੋਕਾਂ ਨੂੰ ਇੱਥੋਂ ਚੱਲਦਾ ਕਰੇ। ਡੋਂਟ ਥਿੰਕ ਅਬਾਊਟ ਦ ਕੌਂਟਰੈਕਟਸ। ਚੋਰਾਂ ਦਾ ਕੋਈ ਕੌਂਟਰੈਕਟ ਨਹੀਂ ਹੁੰਦਾ। ਉਹ ਵਕਤ ਦੀ ਨਜ਼ਾਕਤ ਦੇਖਦੇ ਹੋਏ ਔਰ ਤੁਹਾਡੇ ਆਪਣੇ ਅੰਨੇ ਵਿਸ਼ਵਾਸ ਨੂੰ ਦੇਖਦੇ ਹੋਏ ਕਿਸੇ ਵੀ ਹੱਦ ਤੱਕ ਜਾਂਦੇ ਨੇ, ਤਾਂ ਸਰਕਾਰ ਨੂੰ ਵੀ ਸਾਰੀਆਂ ਹੱਦਾਂ ਪਾਰ ਕਰ ਦੇਣੀਆਂ ਚਾਹੀਦੀਆਂ ਨੇ। ਚੋਰ ਚੋਰ ਹੈ, ਟੈਕਸ ਚੋਰ ਚਾਹੇ ਚੋਰੀ ਲੱਖ ਦੀ ਤੇ ਚਾਹੇ ਚੋਰੀ ਕੱਖ ਦੀ। ਅਰੇ ਧਾਰਨਾ ਸਥਾਪਿਤ ਕਰਨੀ ਇਹ ਸਮਾਜ ਵਿਰੋਧੀ ਨਹੀਂ, ਸਰਕਾਰ ਵਿਰੋਧੀ ਵੀ ਹੈ ਕਿ ਇਹ ਜੁੰਡਲੀ ਇਕੱਠੀ ਹੋ ਕੇ ਸੋਚਦੀ ਆ ਕਿ ਅਸੀਂ ਸਰਕਾਰ ਨੂੰ, ਟੈਕਸ ਪੇਅਰ ਨੂੰ, ਲੋਕਾਂ ਨੂੰ ਬੇਵਕੂਫ ਬਣਾ ਸਕਦੇ ਹਾਂ। ਅਸੀਂ ਇੱਕ ਅਯਾਸ਼ੀ ਜ਼ਿੰਦਗੀ, ਅਯਾਸ਼ੀ ਦੇ ਨਾਲ ਭਰਪੂਰ ਜ਼ਿੰਦਗੀ ਬਿਤਾ ਸਕਦੇ ਹਾਂ। ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਅਟੀਰਾ ਤੇ ਵੀਸੀ ਹਾਊਸਿੰਗ ਦੇ ਮੁਖੀ ਤੇ ਅਟੀਰਾ ਦੀ ਪ੍ਰਧਾਨ ਦਾ ਆਪਸੀ ਸੰਬੰਧ ਦੇਖ ਲਓ। ਦੋਵੇਂ ਇੱਕ ਹੀ ਘਰ ਦੇ ਵਿੱਚ ਆਰਾਮ ਦੇ ਨਾਲ ਰਹਿੰਦੇ ਸੀ ਔਰ ਮਣਾਮੁਹੀ ਜਿਹੜੀ ਧਨ ਰਾਸ਼ੀ ਸੀ ਅਟੀਰਾ ਨੂੰ ਦਿੱਤੀ ਜਾਂਦੀ ਸੀ, ਸੰਸਥਾ ਨੂੰ ਦਿੱਤੀ ਜਾਂਦੀ ਸੀ। ਜਦੋਂ ਤੋਂ ਕਾਰਗੁਜ਼ਾਰੀਆਂ ਸ਼ੁਰੂ ਹੋਈਆਂ ਨੇ ਉਦੋਂ ਤੋਂ ਅਟੀਰਾ ਨੇ ਪ੍ਰੋਗਰਾਮਾਂ ਦੇ ਵਿੱਚ ਕਿਵੇਂ ਤਬਦੀਲੀਆਂ ਲਿਆਂਦੀਆਂ ਨੇ, ਕਿਸ ਪ੍ਰਕਾਰ ਜਿਹੜੇ ਅਧਿਕਾਰੀ ਨੇ, ਜਿਹੜੇ ਉੱਚ ਅਧਿਕਾਰੀ ਨੇ, ਜਿਹੜੇ ਕਈ ਦਫਾ ਟੈਂਪਰੇਰੀ ਵਰਕਰਸ ਨੂੰ ਸਿਰਫ ਪ੍ਰੋਗਰਾਮ ਦੇ ਲਈ 34 ਤੋਂ $50 ਪ੍ਰਤੀ ਘੰਟਾ ਦਿੰਦੇ ਸੀ, ਪੇਪਰਾਂ ਤੇ ਸਾਈਨ ਕਰਾਉਂਦੇ ਸੀ, ਦੂਜੀਆਂ ਕਾਰਗੁਜ਼ਾਰੀਆਂ ਵੱਖਰੀਆਂ ਸੀ। We have those reports too. बिल्कुल, इस बारे में भी बातचीत होगी आफ्टर क्विक कमर्शियल ब्रेक। ਹਾਊਸ ਵਾਰਮਿੰਗ ਪਾਰਟੀ ਤੇ ਸਾਰਿਆਂ ਦੇ ਨਿਗਾਹ ਘਰ ਦੇ ਬਲਾਈਂਡਸ ਵਾਲੀ ਸੀ। ਇਹਨਾਂ ਨੂੰ ਕੀ ਪਤਾ ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ। ਗ੍ਰੇਟ ਬਲਾਈਂਡਸ ਦੇ ਮਾਡਰਨ ਡਿਜ਼ਾਈਨ ਦੀ ਬਹੁਤ ਜ਼ਿਆਦਾ ਵੱਡੀ ਸਿਲੈਕਸ਼ਨ ਦੇਖਣ ਤੇ ਖਰੀਦਣ ਦੇ ਲਈ ਇਕਲੌਤੇ ਸ਼ੋਰੂਮ ਦਾ ਪਤਾ ਹੈ ਯੂਰ ਨੰਬਰ 14 13478 78th ਐਵਨਿਊ 6045037007 ਤੇ ਕਰੋ ਕਾਲ। ਗ੍ਰੇਟ ਬਲਾਈਂਡਸ ਦੇ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ, ਅਵਰਨ ਵਾਸ਼ਿੰਗਟਨ 2533217007 ਜਾਂ greatblindscanada.com ਤੇ ਕਰੋ ਵਿਜ਼ਿਟ। ਘਰ ਜਿੱਥੇ ਮਰਜ਼ੀ ਲੋ, ਪਰਦਾ ਗ੍ਰੇਟ ਬਲਾਈਂਡਸ ਤੋਂ ਹੀ ਲਵਾਓ।
ਭਰੋਸੇਯੋਗ ਸੇਵਾਵਾਂ ਲਈ ਆਪਣੀ ਕਮਿਊਨਿਟੀ ਦੀ ਆਪਣੀ ਫਾਰਮੇਸੀ ਫੈਮਿਲੀ ਕੇਅਰ ਫਾਰਮੇਸੀ। ਇੱਥੋਂ ਤੁਸੀਂ ਦਵਾਈਆਂ, ਵਿਟਾਮਿਨ, ਸਪਲੀਮੈਂਟ, ਹਰਬਲ ਮੈਡੀਸਨ, ਵਾਕਰ, ਵੀਲਚੇਅਰ, ਬ੍ਰੈਸਟ ਪੰਪ ਦੇ ਨਾਲ ਮੈਕਸਿਮਮ ਕਵਰੇਜ ਹੀ ਨਹੀਂ ਬਲਕਿ ਫ੍ਰੀ ਡਿਲੀਵਰੀ ਤੇ ਬਲਿਸਟਰ ਪੈਕ ਵੀ ਦਿੰਦੇ ਨੇ। ਤੁਹਾਡੇ ਪਰਿਵਾਰ ਦੀਆਂ ਸਾਰੀਆਂ ਦਵਾਈਆਂ ਨਾਲ ਸੰਬੰਧਿਤ ਜ਼ਰੂਰਤਾਂ ਪੂਰੀਆਂ ਕਰਦੇ ਨੇ। ਸਵੇਰੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਆਪਣੀਆਂ ਤਿੰਨੋਂ ਲੋਕੇਸ਼ਨ ਤੇ 8925 ਸਕਾਟ ਰੋਡ, ਡੈਲਟਾ 6045990211, 128 ਸਟਰੀਟ ਐਂਡ 96 ਐਵਨਿਊ, 6045811900, 1539 ਜੌਨਸਨ ਰੋਡ, ਵਾਈਟ ਰੌਕ। ਫੈਮਿਲੀ ਕੇਅਰ ਫਾਰਮੇਸੀ। ਸ਼ੁਕਰ ਹੈ ਡਾਇਰੈਕਟ ਫਰਨੀਚਰ ਨਵੀਂ ਥਾਂ ਤੇ ਖੁੱਲ ਗਿਆ। ਹੁਣ ਤਾਂ ਪੂਰੇ ਘਰ ਦਾ ਫਰਨੀਚਰ ਮੈਂ ਡਾਇਰੈਕਟ ਫਰਨੀਚਰ ਤੋਂ ਲੈ ਕੇ ਆਉਣੀ ਆ। ਲੈ ਗੋਲੀ ਕਿਹਦੀ ਤੇ ਗਹਿਣੇ ਕਿਹਦੇ, ਤੁਸੀਂ ਵੀ ਹੋ ਜਾਓ ਚਿੰਤਾ ਮੁਕਤ ਕਿਉਂਕਿ ਤੁਹਾਡਾ ਮਨਪਸੰਦ ਡਾਇਰੈਕਟ ਫਰਨੀਚਰ ਹੁਣ ਸਰੀ ਦੇ ਗੜ੍ਹ 12743 80th ਐਵਨਿਊ ਨਵੀਂ ਥਾਂ ਤੇ ਖੁੱਲ ਚੁੱਕਾ ਹੈ। ਡਾਇਰੈਕਟ ਫਰਨੀਚਰ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਮਿਸਟਰ ਔਰ ਮਿਸਿਸ ਸੂਰੀ ਨੂੰ ਕਰੋ ਕਾਲ 604-572-5553। ਡਾਇਰੈਕਟ ਫਰਨੀਚਰ। ਰੋਜ਼ਾਨਾ ਖਬਰਾਂ ਵਿੱਚ ਅਸੌਲਟ, ਸੈਕਸ਼ੂਅਲ ਅਸੌਲਟ, ਥੈਫਟ, ਡਰਾਈਵਿੰਗ ਆਫੈਂਸਸ ਤੇ ਹੋਰ ਬੜੇ ਕ੍ਰਿਮੀਨਲ ਐਕਟੀਵਿਟੀਜ਼ ਬਾਰੇ ਸੁਣਦੇ ਹਾਂ। ਕਈ ਵਾਰੀ ਗਊਮਾਰ ਹੋ ਜਾਂਦੀ ਹੈ। ਚਾਲਬਾਜ਼ ਲੋਕ ਸਾਊ ਬੰਦੇ ਨੂੰ ਫਸਾ ਦਿੰਦੇ ਨੇ ਤੇ ਨਾਲੇ ਕ੍ਰਿਮੀਨਲ ਚਾਰजेस ਲਗਵਾ ਦਿੰਦੇ ਨੇ। ਅਗਰ ਤੁਸੀਂ ਵੀ ਕ੍ਰਿਮੀਨਲ ਚਾਰजेस ਦਾ ਸਾਹਮਣਾ ਕਰ ਰਹੇ ਹੋ ਤਾਂ ਨੌਜਵਾਨ ਵਕੀਲ ਜੋ 4 ਪ੍ਰੋਵਿੰਸ BC, ਅਲਬਰਟਾ, ਮੈਨੀਟੋਬਾ, ਓਨਟਾਰੀਓ ਵਿੱਚ ਗੁੰਝਲਦਾਰ ਕੇਸਸ ਜਿੱਤੇ ਹਨ, ਕ੍ਰਿਮੀਨਲ ਲਾਇਰ ਗਗਨ ਨਾਹਲ। ਅੱਜ ਹੀ ਕਰੋ ਕਾਲ ਕ੍ਰਿਮੀਨਲ ਕੇਸ ਜਿੱਤਣ ਦੇ ਵਿੱਚ ਮਾਹਰ ਵਕੀਲ ਗਗਨ ਨਾਹਲ ਨੂੰ 604-527 4769 6625 152 A ਸਟਰੀਟ, ਸਰੀ। For all criminal charges, call Gagan Nahal 604-527-4769. ਹੈਲੋ, ਤੁਸੀਂ ਕਿੱਥੇ ਹੋ? ਕੰਮ ਤੇ ਆ ਯਾਰ, ਦੱਸ। ਮੇਰੀ ਗੱਡੀ ਦਾ ਨਾ 132 ਸਟਰੀਟ ਤੇ ਛੋਟਾ ਜਿਹਾ ਕੋਲੀਜਨ ਹੋ ਗਿਆ। ਮੈਨੂੰ ਤਾਂ ਕੁਝ ਨਹੀਂ ਸਮਝ ਆ ਰਿਹਾ ਕਿੱਥੇ ਲੈ ਕੇ ਜਾਵਾਂ। ਨਾਲੇ ਮੈਨੂੰ ਤਾਂ ਇੱਥੇ ਸਭ ਕੁਝ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ। ਦੇਖ, ਪਹਿਲੀ ਗੱਲ ਤਾਂ ਰੱਬ ਨੇ ਬਚਾ ਕਰਤਾ, ਠੀਕ ਹੈ। ਨਾਲੇ ਜੋ ਤੈਨੂੰ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ ਨਾ, ਉਹ ਲਾਜ਼ਮੀ ਬਲੈਕ ਐਂਡ ਵਾਈਟ ਆਟੋ ਬੋਡੀ ਦਾ ਸਾਈਨ ਹੋਣਾ ਹੈ। ਸੋ ਗੱਡੀ ਬਲੈਕ ਐਂਡ ਵਾਈਟ ਆਟੋ ਬੋਡੀ ਤੇ ਲੈ ਜਾ। ਬਲੈਕ ਐਂਡ ਵਾਈਟ ਆਟੋ ਬੋਡੀ ICBC ਅਕ੍ਰੈਡਿਟਡ ਅਤੇ ਫੁੱਲ ਸਰਵਿਸ ਆਟੋ ਬੋਡੀ ਸ਼ਾਪ ਹੈ। ਪਹੁੰਚੋ 7823 132 ਸਟਰੀਟ, ਸਰੀ ਦੇ ਵਿੱਚ। ਕਾਲ 6045030988। ਬਲੈਕ ਐਂਡ ਵਾਈਟ ਆਟੋ ਬੋਡੀ। कल सारे बड़े खुश सी। होना क्यों नहीं खुश, पेट जो उनके खुश थे बानीज कढ़ाई वाला के डिशेस के साथ। बेस्ट कढ़ाई डिशेस ओनली एट बानीज कढ़ाई वाला। लाहौरी कढ़ाई, अचारी कढ़ाई, कबाब कढ़ाई। बस हुण नहीं रहा जांदा। बार्नीज कढ़ाई वाला है किथे? अपने सरी पिंड ते 8140 स्ट्रीट, second location 12889 84th Avenue, Surrey. Phone number 7785654416। चिकन, लैम, वेज कढ़ाई, नॉन वेज करी, हर किस्म के एपेटाइजर्स, नान, स्टफ्ड चिकन और लैम नान, बिरयानी, इनके डिशेस का क्या कहना। एक बार ट्राई करोगे बानीज कढ़ाई वाला कभी नहीं भूलोगे। आप खुश, बानीज कढ़ाई वाला खुश। ਮੌਰਗੇਜ ਕਿਸੇ ਵੀ ਪ੍ਰਕਾਰ ਦੀ ਲੈਣੀ ਹੈ ਤਾਂ ਐਂਕਰ ਮੌਰਗੇਜ ਕੈਨੇਡਾ ਨੂੰ ਸੰਪਰਕ ਕਰੋ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਕੰਸਟਰਕਸ਼ਨ, ਪ੍ਰਾਈਵੇਟ ਮੌਰਗੇਜ ਜਾਂ ਫਿਰ ਰੀਫਾਈਨੈਂਸ ਤੇ ਇਕਵਿਪਮੈਂਟ ਫਾਈਨੈਂਸ ਲੈਣ ਦੇ ਲਈ ਇੱਕ ਹੀ ਨਾਮ ਐਂਕਰ ਮੌਰਗੇਜ ਕੈਨੇਡਾ ਤੁਹਾਡੀ ਮਦਦ ਕਰਨਗੇ। ਔਰ ਇਹਨਾਂ ਦੇ ਏਜੰਟਸ ਨੂੰ ਵੱਡੇ ਬੈਂਕਾਂ ਨਾਲ ਲੰਮਾ ਸਮਾਂ ਕੰਮ ਕਰਨ ਦਾ ਤਜਰਬਾ ਹੈ। ਨਵੇਂ ਬ੍ਰੋਕਰ ਵੀ ਹਾਇਰ ਕਰ ਰਹੇ ਹਨ। ਵਧੇਰੇ ਜਾਣਕਾਰੀ ਲਈ ਕਰੋ ਸੰਪਰਕ 7788802345 ਜਾਂ ਨੰਬਰ 204-2589 Cedar Park Place, Abbotsford. Anchor Mortgage Canada. ਮੀਡੀਆ ਵੇਸ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਅੱਜ ਕਲਚਰ ਆਫ ਅਲਕੋਹਲਿਜ਼ਮ ਐਟ ਪੈਕਸ ਖਰਾਤੀ ਸੰਸਥਾ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੇ ਵਿੱਚ ਇਹ ਵਾਤਾਵਰਨ ਤੁਹਾਡੇ ਨਾਲ ਇਤਿਹਾਸ ਸਾਂਝਾ ਕੀਤਾ ਕਿ ਸਾਨੂੰ ਸ਼ੱਕ ਕਿੱਥੋਂ ਪਿਆ। ਪਹਿਲਾਂ ਔਕੜ ਲੱਗਿਆ, ਫਿਰ ਸ਼ੱਕ ਹੋਇਆ, ਉਸ ਤੋਂ ਬਾਅਦ ਤਫਤੀਸ਼ ਕੀਤੀ ਤਾਂ ਵਰਤਾਰਾ ਦੇਖਿਆ। ਕਿਆ ਬਾਤ ਹੈ। ਆਪ ਸਭ ਨੂੰ ਪਤਾ ਹੈ, ਆਪ ਸਭ ਤੱਕ ਜਨਤਕ ਕਰਨ ਤੋਂ ਉਪਰੰਤ ਇੱਕ ਜਿਹੜਾ ਗਾਲਾ ਸੀ ਉਸ ਨੂੰ ਵੀ ਕੈਂਸਲ ਕਰਨਾ ਪਿਆ ਔਰ ਕੈਂਸਲ ਕੀਤਾ ਗਿਆ। ਉੱਥੇ ਸਾਡੇ ਸਾਹਮਣੇ ਆਇਆ ਕਿ ਕਿਸ ਪ੍ਰਕਾਰ ਲੱਖਾਂ ਡਾਲਰ ਦੀ ਧਨ ਰਾਸ਼ੀ ਹੈ ਜਿਹੜੀ ਇਹ ਗਾਲਾ ਆਯੋਜਿਤ ਕਰਨ ਦੇ ਵਿੱਚ ਲਗਾਈ ਜਾਂਦੀ ਹੈ ਔਰ ਕਿਸ ਪ੍ਰਕਾਰ ਵਾਤਾਵਰਨ ਇਸ ਪ੍ਰਕਾਰ ਦਾ ਹੈ ਕਿ ਜਿਸ ਦੇ ਵਿੱਚ ਧਨ ਇਕੱਤਰਿਤ ਕਰਨ ਦੇ ਲਈ ਤੁਹਾਡੇ ਵੱਲੋਂ ਦਿੱਤੀ ਗਈ ਜਿਹੜੀ ਡੋਨੇਸ਼ਨ ਆ ਉਹਦਾ ਤਕਰੀਬਨ 2/3 ਜਿਹੜਾ ਹਿੱਸਾ ਹੈ ਇਹਨਾਂ ਲੋਕਾਂ ਦੇ ਆਪਸੀ ਗੁੱਡ ਟਾਈਮ ਦੇ ਵਿੱਚ ਖਰਚਿਆ ਜਾਂਦਾ ਹੈ ਔਰ ਜਤਾਇਆ ਇਹ ਜਾਂਦਾ ਹੈ ਕਿ ਇਸ ਪ੍ਰੋਗਰਾਮ ਦੇ ਲਈ ਪੈਸਾ ਇਕੱਠਾ ਕਰਨ ਲਈ ਇਹ ਸਾਰਾ ਕੁਝ ਕਰਨਾ ਪਿਆ ਸਾਨੂੰ। ਤਾਂ ਜ਼ਿਹਨ ਦੇ ਵਿੱਚ ਹਮੇਸ਼ਾ ਸਵਾਲ ਉੱਠਿਆ
ਕਿ ਮਦਦ ਦੇ ਲਈ ਬਗਲੀ ਪਾ ਕੇ ਗਲਾਂ ਦੇ ਵਿੱਚ ਘੱਟ ਤੋਂ ਘੱਟ ਪੈਸਾ ਖਰਚ ਕਰਕੇ ਜਾਂ ਆਪਣੇ ਪੱਲਿਓਂ ਰੋਟੀ ਖਾ ਕੇ ਸਮਾਜ ਦੇ ਵਿੱਚ ਮਦਦਗਾਰ ਲੋਕਾਂ ਦੀ ਮਦਦ ਦੇ ਲਈ ਧਨ ਇਕੱਤਰਿਤ ਕਰਨ ਵਾਲੇ ਮਾਸ਼ਰਾ ਹੁਣ ਆਪਣੀਆਂ ਅਯਾਸ਼ੀਆਂ ਦੀ ਪੂਰਤੀ ਦੇ ਲਈ ਇਸ ਤਰ੍ਹਾਂ ਦੇ ਪਲੇਟਫਾਰਮ ਨੂੰ ਕਿਵੇਂ ਵਰਤਣਾ ਸ਼ੁਰੂ ਕਰ ਦਿੱਤਾ। ਗਾਲਿਆਂ ਦੇ ਰੂਪ ਦੇ ਵਿੱਚ ਫੰਡ ਰੇਜ਼ਿੰਗ ਦੇ ਅੰਤਰਗਤ ਅਯਾਸ਼ੀਆਂ, ਕਿਆ ਬਾਤਾਂ ਹੈ, ਦੇਖ ਕੇ ਕਈ ਵਾਰ ਹੈਰਾਨੀ ਵੀ ਹੁੰਦੀ ਹੈ। ਦਾਰੂ ਸ਼ਾਰੂ ਪੀਣੀ ਤਾਂ ਆਮ ਗੱਲ ਹੈ। ਅਰਧਨਗਨ ਔਰਤਾਂ ਨੂੰ ਇਹੋ ਜਿਹੇ ਸਮਾਗਮਾਂ ਦੇ ਵਿੱਚ ਨਚਾਉਣਾ। ਕਿਸੇ ਨੇ ਮੈਨੂੰ ਫੋਟੋਆਂ ਭੇਜੀਆਂ, ਕਹਿੰਦੇ ਆਹ ਲਓ ਜੀ, ਕਹਿੰਦੇ ਇਹ ਜਿਹੜੀ ਔਰਤ ਹੈ ਗੁੱਡੀ ਵਰਗੀ ਡਰੈਸ ਪਾਈ ਹੋਈ ਆ, ਉਹਦੇ ਆਲੇ ਦੁਆਲੇ ਸਾਰੇ ਜਾਮ ਲਏ ਪਏ ਹੋਏ ਆ, ਅਤੇ ਉਹਨਾਂ ਜਾਮਾਂ ਦੇ ਵਿੱਚ ਯਾਦ ਰਹੇ ਅਗਰ ਪ੍ਰਾਈਵੇਟ ਪਾਰਟੀਆਂ ਨੇ ਉਹਨਾਂ ਦੇ ਵਿੱਚ ਕੋਈ ਵੀ ਵਿਅਕਤੀ ਜੋ ਮਰਜ਼ੀ ਕਰਦਾ ਉਹਦਾ ਨਿੱਜੀ ਅਧਿਕਾਰ ਹੱਕ ਹੈ। ਪਰ ਖੈਰਾਤੀ ਸੰਸਥਾਵਾਂ ਦੇ ਪ੍ਰੋਗਰਾਮ ਹੋਣ, ਜਨਤਕ ਸੁਨੇਹੇ ਦੇਣ ਵਾਲੇ ਪ੍ਰੋਗਰਾਮ ਹੋਣ ਔਰ ਉਹਨਾਂ ਦੇ ਵਿੱਚ ਇਹ ਕੁਝ ਹੋਵੇ, 4 ਦਿਨ ਦੀ ਰੱਜੀ ਪਿੰਡ ਉਜਾੜਨ ਲੱਗੀ। ਔਰ ਮੈਨੂੰ ਬਜ਼ੁਰਗ ਦੀ ਗੱਲ ਨਹੀਂ ਯਾਦ ਆਉਣੀ, ਕਹਿੰਦੇ ਪੁੱਤ ਇਹਨਾਂ ਨੂੰ ਟੁੱਕ ਨਾਲ ਲਾ ਕੇ ਖਾਣ ਦੀ ਔਕਾਤ ਨਹੀਂ ਸੀ। ਅੱਧੇ ਤਾਂ ਕਹਿੰਦੇ ਪਾਣੀ 'ਚ ਭਿਉਂ ਕੇ ਕਹਿੰਦੇ ਰੁੱਖੀ ਰੋਟੀ ਖਾਣ ਵਾਲੀ ਜਨਸੰਖਿਆ। ਅਰੇ ਜੇ ਹੁਣ ਕਰਤੂਤਾਂ ਕਰਦੇ ਇੱਥੋਂ ਪਤਾ ਲੱਗਦਾ ਹੈ ਹੋਛਾਪਣ ਕਿਸ ਕਦਰ ਤੁਹਾਡੇ ਆਪਣੇ ਪੈਰ ਵੜਾ ਦਿੰਦਾ। ਖਰਾਤੀ ਸੰਸਥਾਵਾਂ ਦੇ ਗਾਲੇ ਉਹਨਾਂ 'ਚ ਲੋਕਾਂ ਨੂੰ ਬੁਲਾਇਆ ਜਾ ਰਿਹਾ ਨਾਮਵਰ ਸ਼ਖਸੀਅਤ ਨੂੰ ਤਾਂ ਕਿ ਆਪਣਾ ਭੁੱਸ ਪੂਰਾ ਕੀਤਾ ਜਾ ਸਕੇ। गाण का मौका मिले आप जैसा कोई मेरी जिंदगी में आए तो बात बन जाए। फैंटसी वर्ल्ड अपनी पूरी करनी। सतवीर सिंह चीमा दे किरदार दी कच्चाई उस दिन मैं देखी और ओदा खराती संस्था पिक्स दा CEO होना साडे सारियां दे लई शर्म वाली नहीं डुब मरन वाली गल है। कोई भी व्यक्ति नूं अगर कोई भी गल अनईजी महसूस कराउंदी है मैं कहांगी तुसीं जरूर उहदी तह तक जाओ। यू विल फाइंड आउट की है क्योंकि उस मुकाम तक पहुंचण दे लई पिक्स दे विच बहुत कुछ होया जिस दे करके पिक्स दे CEO नूं जनतक तौर दे उत्ते इस तरह दा बर्ताव करन दा हौसला होया। वरना करदार गफ्तार ते दस्तार दी हदबंदी कित्ते है जे होवे तां ना। मैं मनदी हाँ बहुत सारे लोग ये सोचते हैं अक्सर पंजाबी च साडे कहावत है एक कहंदे कौन कहे राणी अग्गा ढक। पिक्स दे अपने दारो मदार दे विच सतवीर सिंह चीमा दी ये पोजीशन होएगी कि कोई उस नूं कुछ ना करन तो रोक नहीं सकदा। पर याद रहे खैराती संस्था है। अरे बोर्ड का फर्ज ते हक बनता यह जे कताइयां करने वाले व्यक्ति नूं कन्न तो फड़ के बाहर सड़क ते बिठाया जाए। जिन्नी देर तक तुहाडे टैक्स पेयर दे पैसे दे विचों ओदी रोजी चलती है ओदियां दी तनख्वाह ते है तुहाडा हर एक बंदे दा हक है ये फर्ज बनता है कि यह जे कताइयां करने वाले दा कन्न तो फड़ के तड़ी पार कराया जाए। यह जिहा नूं देयर इज ओनली वन वे नो अदर वे। चाहे इस तरह दी कताइयां करने वाला पॉलिटिशियन होवे जिसनूं बदलन दा साडे सारिਆਂ ਦੇ हत्थ ਦੇ ਵਿੱਚ हक ਹੁੰਦਾ कि वोटां पैंदियां ने 4 साल बाद कई बार 2 साल बाद भी पै जांदियां ने। जे पार्टी की सरकार टुट जाए तो तुसीं उन्हां दा कंन फड़ के बाहर कर सकते हो। पर खैराती संस्थावां दे जिहड़े मुखी ने उन्हां नूं तड़ी पार करन दी तुहाडे हक दे हत्थ दे विच अधिकार घट हुंदे ने पर बोर्ड दे हत्थ दे विच ये अधिकार पूरे ने। और सरकार इस दे उत्ते भी समाबंदी लावे कि कोई भी CEO है जिहड़ा उस किन्नी क देर तक किन्ने समय तक ही ओह CEO रह सकता है खैराती संस्था का। बोर्ड का जिहड़ा चेहरा उसका समाबंदी है। बोर्ड का और CEO का आपस में दूर दूर का कोई संबंध नहीं होना चाहिए। और गल आउंदी है ये क्यों संबंध बनता है जदों किसी भी संस्था के जिहड़े मैंबर ने बहुत ज़्यादा घट गिणती दे विच दिलचस्पी लैंदे आ जां वोट घट पाउंदे आ जां जांदे घट है तां इस तरह हुंदा है।
ਉਹਨਾਂ ਨੂੰ ਡਿਸਕਰੇਜ ਕਰਨ, ਉਹਨਾਂ ਦੀ ਗਿਣਤੀ ਘਟਾਉਣ ਦੇ ਲਈ ਜੋ ਕੁਝ ਕੀਤਾ ਜਾਂਦਾ ਹੈ ਉਹ ਪਿਕਸ ਦੇ ਵਿੱਚ ਸਾਰਾ ਕੁਝ ਹੁੰਦਾ ਆਇਆ। बिल्कुल। और वैसे दीदी बहुत सारी बातें जो है बोर्ड के बारे में हम लोग डिस्कस कर चुके हैं, बहुत सारे इन्फॉर्मेशन मुझे अभी भी आ रहे हैं। खैर, पिक्स के अंदर कल्चर ऑफ अल्कोहलिज्म आज हम बात कर रहे थे। आप सभी से गुजारिश है कि इफ़ यू हैव एनी इन्फॉर्मेशन कॉल ज़रूर कीजिए 604-449-3333। इसी के साथ मुझे दीजिएगा इजाज़त। अंटिल नेक्स्ट टाइम, गुड बाय, बी सेफ। प्रोग्राम 'ਚ ਸਮਾਂ ਸਾਂਝਾ ਕਰ ਲਿੱਤਾ।